ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਵਾਂ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੇ ਉਸ ਮੰਗ ਪੱਤਰ ਦੀ ਜੋ ਮੰਗ ਪੱਤਰ ਹੁਣ ਪਰੇਸ਼ਾਨੀਆਂ ਖੜੀਆਂ ਕਰਦਾ ਹੋਇਆ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੀਆਂ, ਜਾਂ ਫਿਰ ਕਹੀਏ ਕਿ ਆਮ ਆਦਮੀ ਪਾਰਟੀ ਆਪਣੇ ਹੀ ਮੰਗ ਪੱਤਰ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਆਖਰ ਉਹ ਮੰਗ ਪੱਤਰ ਹੈ ਕੀ ਜਿਸ ਨੂੰ ਲੈ ਕੇ ਹੁਣ ਬਵਾਲ ਸ਼ੁਰੂ ਹੋਣ ਲੱਗਿਆ ਹੈ। ਨਾਲ ਹੀ ਨਾਲ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੇ ਦੋਹਰੇ ਮਾਪਦੰਡ ਦੀ। ਅਰਵਿੰਦ ਕੇਜਰੀਵਾਲ ਜਿਹੜੇ ਕਿ ਪਾਰਟੀ ਦੇ ਕੌਮੀ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ, ਲੇਕਿਨ ਉਹਨਾਂ ਦੀ ਜੇਕਰ ਨੀਤੀਆਂ ਦੀ ਗੱਲ ਕਰੀਏ, ਨੀਤੀਆਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਕੁਝ ਹੋਰ ਤੇ ਪੰਜਾਬ ਦੇ ਵਿੱਚ ਕੁਝ ਹੋਰ, ਭਾਵ ਕਿ ਆਪਣੀ ਹੀ ਪਾਰਟੀ ਦੇ ਵਿੱਚ ਦੋਹਰੇ ਮਾਪਦੰਡ ਚੱਲ ਰਹੇ ਨੇਗੇ। ਕਿਸ ਤਰ੍ਹਾਂ ਦੇ ਦੋਹਰੇ ਮਾਪਦੰਡ ਨੇ, ਇਹ ਅਸੀਂ ਗੱਲ ਕਿਉਂ ਕਹੀ ਹੈ, ਇਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਸਿਆਸੀ ਮਾਹਰ ਦੇ ਤੌਰ ਤੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੇਖੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ ਜੀ। ਸੇਖੋਂ ਸਾਹਿਬ, ਆਮ ਆਦਮੀ ਪਾਰਟੀ ਜਿਹੜੀ ਕਿ ਹੁਣ ਸੱਤਾ ਦੇ ਉੱਪਰ ਕਾਬਜ਼ ਹੈ ਪੰਜਾਬ ਦੇ ਵਿੱਚ, ਲੇਕਿਨ ਜਦੋਂ ਉਹ ਆਪੋਜੀਸ਼ਨ ਦੇ ਵਿੱਚ ਸੀਗੇ, ਭਾਵ ਕਿ ਕਾਂਗਰਸ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਤਾਂ ਉਹਨਾਂ ਦੇ ਆਪੋਜੀਸ਼ਨ ਲੀਡਰ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀਗਾ ਸਰਕਾਰ ਨੂੰ, ਉਸ ਵੇਲੇ ਦੀ ਸਰਕਾਰ ਨੂੰ, ਇਹ ਕਹਿੰਦੇ ਹੋਏ ਵੀ 2004 ਤੋਂ ਜਿਹੜੀ ਪੈਨਸ਼ਨ ਸਕੀਮ ਬੰਦ ਕੀਤੀ ਗਈ ਹੈ ਸਰਕਾਰੀ ਮੁਲਾਜ਼ਮਾਂ ਦੀ, ਉਸ ਸਕੀਮ ਨੂੰ ਲਾਗੂ ਕੀਤਾ ਜਾਵੇ। ਸੋ ਬੜੀ ਜ਼ੋਰ ਸ਼ੋਰ ਦੇ ਨਾਲ ਇਹ ਮੰਗ ਉਠਾਈ ਗਈ ਸੀ, ਭਾਵੇਂ ਕਿ ਉਦੋਂ ਮੰਗ ਪੂਰੀ ਨਹੀਂ ਹੋਈ ਸੀ। ਹੁਣ ਜਦੋਂ ਕਿ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ, ਹਰਪਾਲ ਚੀਮਾ ਜੀ ਜਿਹੜੇ ਕਿ ਆਪੋਜੀਸ਼ਨ ਲੀਡਰ ਸੀ, ਜਿਨ੍ਹਾਂ ਨੇ ਮੰਗ ਪੱਤਰ ਦਿੱਤਾ ਸੀ, ਹੁਣ ਉਹ ਵਿੱਤ ਮੰਤਰੀ ਨੇ। ਕੀ ਇਹ ਮੰਗ ਹੁਣ ਪੂਰੀ ਹੁੰਦੀ ਨਜ਼ਰ ਆਏਗੀ ਕਿ ਉਸ ਮੰਗ ਪੱਤਰ ਨੂੰ, ਜੋ ਮੰਗ ਪੱਤਰ ਦਿੱਤਾ ਜੀ, ਉਹਦੇ ਉੱਪਰ ਆਪ ਧਿਆਨ ਦੇਣਗੇ? ਕਿਉਂਕਿ ਕਾਂਗਰਸ ਦੇ ਵੱਲੋਂ ਉਹੀ ਮੰਗ ਪੱਤਰ ਸੋਸ਼ਲ ਮੀਡੀਆ ਦੇ ਉੱਪਰ ਦਿਖਾਇਆ ਗਿਆ ਵੀ ਇਹ ਮੰਗ ਪੱਤਰ ਦੇ ਉੱਪਰ ਕਾਰਵਾਈ ਕਰੋ। ਕੀ ਸੱਚਮੁੱਚ ਕਾਰਵਾਈ ਹੁਣ ਹੋਏਗੀ ਕਿ ਪੈਨਸ਼ਨ ਸਕੀਮ ਦੀ ਬਹਾਲੀ ਹੋਏਗੀ? ਭਾਵੇਂ ਕਿ ਭਗਵੰਤ ਮਾਨ ਜੀ ਵੱਲੋਂ ਪਿਛਲੇ ਦਿਨੀ ਇਸ ਨੂੰ ਲੈ ਕੇ ਬਿਆਨ ਵੀ ਦਿੱਤੇ ਗਏ ਸੀ ਕਿ ਬੜੀ ਜਲਦੀ ਅਸੀਂ ਇਹ ਸਕੀਮ ਲਾਗੂ ਕਰਾਂਗੇ। ਕਿਵੇਂ ਦੇਖ ਰਹੇ ਹੋ, ਸਕੀਮ ਲਾਗੂ ਹੋਏਗੀ ਜਾਂ ਫਿਰ ਅਜੇ ਕੱਚਾ ਚਿੱਠਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ? ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਸਕੀਮ ਜਿਹੜੀ ਖਾਸ ਕਰਕੇ ਜਿਹੜੀ ਨਵੀਂ ਪੈਨਸ਼ਨ ਸਕੀਮ ਜਿਹੜੀ ਹੁਣ ਚੱਲਦੀ ਆ, ਇਹ 2004 ਦੇ ਵਿੱਚ ਲਾਗੂ ਕੀਤੀ ਗਈ ਸੀ ਸੈਂਟਰਲ ਗਵਰਨਮੈਂਟ ਵਾਲੇ ਪਾਸੋਂ। ਇਹ ਪਾਰਲੀਮੈਂਟ ਐਕਟ ਦੇ ਥੱਲੇ ਹੋਈ ਸੀਗੀ ਜੀ, ਗਵਰਨਮੈਂਟ ਆਫ ਇੰਡੀਆ ਐਕਟ ਬਣਾਇਆ ਸੀਗਾ ਤੇ ਉਹਦੇ ਵਿੱਚ ਇਹਨਾਂ ਨੇ ਲਾਗੂ ਕੀਤੀ ਸੀਗੀ। ਉਦੋਂ ਵੀ ਇਹੀ ਲੌਜਿਕ ਦਿੱਤਾ ਗਿਆ ਸੀਗਾ ਕਿ ਪੈਨਸ਼ਨਾਂ ਬਹੁਤ ਵੱਧ ਰਹੀਆਂ ਵਾ ਤੇ ਜਿਹੜਾ ਬਰਡਨ ਬਹੁਤ ਵੱਧ ਰਿਹਾ। ਜਿਹੜਾ ਅੱਜ ਲੌਜਿਕ ਜਿਹੜਾ ਵਾ ਉਹ ਅਗਨੀਵੀਰ ਜਾਂ ਜੋ ਅਗਨੀਪਥ ਸਕੀਮ ਸਰਕਾਰ ਦੀ ਆਈ ਆ ਫੌਜੀਆਂ ਵਾਸਤੇ, ਉਸ ਸਮੇਂ ਤਾਂ ਫੌਜੀ ਜਿਹੜੇ ਸੀਗੇ ਉਹ ਇਸ ਜਿਹੜੀ ਹੈਗੀ ਇਸ ਕਿਸਮ ਦਾ ਜਿਹੜਾ ਸਕੀਮ ਦੇ ਤੋਂ ਉਹਨਾਂ ਨੂੰ ਬਾਹਰ ਰੱਖਿਆ ਗਿਆ ਸੀਗਾ, ਕਿਉਂਕਿ ਉਹਨਾਂ ਦਾ ਜਿਹੜਾ ਕੰਮ ਹੈ ਉਹ ਬਹੁਤ ਜੋਖਮ ਭਰਿਆ ਹੈ ਔਰ ਜਿਹਦੇ ਵਿੱਚ ਹਮੇਸ਼ਾ ਉਹ ਜਾਨ ਆਪਣੀ ਵਾਰ ਕੇ ਦੇਸ਼ ਦੀ ਜਿਹੜੀ ਹੈਗੀ ਆ ਸਰਹੱਦਾਂ ਦੀ ਰਾਖੀ ਕਰਦੇ ਆ, ਦੇਸ਼ ਦੀ ਆਨ ਹੈ, ਬਾਨ ਹੈ, ਸ਼ਾਨ ਹੈ, ਉਹਨਾਂ ਦੀ ਰਾਖੀ ਕਰਦੇ ਆ। ਪਰ ਇਹ ਦੂਸਰੇ ਪਾਸੇ ਸਾਰਾ ਜਿੰਨਾ ਵੀ ਇਹ ਆਰਮੀ ਨੂੰ ਛੱਡ ਕੇ, ਆਰਮੀ ਦੇ ਤਿੰਨਾਂ ਵਿੰਗਾਂ ਨੂੰ ਛੱਡ ਕੇ ਬਾਕੀ ਪੈਰਾਮਿਲਟਰੀ ਫੋਰਸਿਸ ਦੇ ਉੱਤੇ ਜਾਂ ਹੋਰ ਸਾਰੀਆਂ ਜਿਹੜੀਆਂ ਹੈਗੀਆਂ ਸੀਗੀਆਂ ਸਰਵਿਸਿਜ਼ ਸੀਗੇ ਉਹਨਾਂ ਤੇ ਲਾਗੂ ਕਰ ਦਿੱਤਾ ਗਿਆ ਸੀ ਜੀ। ਪਿਛਲੇ ਲੰਬੇ ਸਮੇਂ ਤੋਂ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੈ ਕਿ ਸਾਡੇ ਵਰਗੇ ਦੇਸ਼ ਦੇ ਵਿੱਚ ਜਿੱਥੇ ਕੋਈ ਬਹੁਤ ਵੱਡੀ ਸੋਸ਼ਲ ਸਿਕਿਉਰਿਟੀ ਨਹੀਂ ਹੈਗੀ, ਤੇ ਜਦੋਂ ਕੋਈ ਵਿਅਕਤੀ ਇੱਕ 25 ਸਾਲ 30 ਸਾਲ ਜਾਂ ਤੋਂ ਜ਼ਿਆਦਾ ਸਰਵਿਸ ਕਰਕੇ ਆਉਂਦਾ ਵਾ, ਤੇ ਜਿਸ ਕਿਸਮ ਦੀ ਇਹਨਾਂ ਨੂੰ ਪੈਨਸ਼ਨ ਸਕੀਮ ਦੇ ਵਿੱਚ ਹੁਣ ਰੱਖਿਆ ਵਾ, ਉਹਦੇ ਵਿੱਚ ਉਹ ਪੈਸਾ ਜਿਹੜਾ ਉਹਨੂੰ ਦਿੰਦੇ ਆ, ਉਹਦਾ ਪ੍ਰੋਵੀਡੈਂਟ ਫੰਡ ਦਾ ਹੁੰਦਾ, ਉਹਨੂੰ ਇਨਵੈਸਟ ਕਰਦੇ ਆ ਉਹਦੇ ਵਿੱਚ ਸ਼ੇਅਰ ਬਾਜ਼ਾਰ ਦੇ ਵਿੱਚ। ਤਾਂ ਸ਼ੇਅਰ ਬਾਜ਼ਾਰ ਦੇ ਵਿੱਚ ਵੀ ਦੇਖੋ ਤੁਸੀਂ ਕੀ ਹਾਲ ਹੋਣ ਡਿਆ। ਕਿਸੇ ਨੂੰ ਵੀ ਇਹ ਪਤਾ ਨਹੀਂ ਹੁੰਦਾ ਕਿ ਮੈਨੂੰ ਜਿਹੜਾ ਹੈਗਾ ਉਹਦੇ ਵਿੱਚੋਂ ਕਿੰਨੀ ਪੈਨਸ਼ਨ ਬਾਅਦ ਦੇ ਵਿੱਚ ਮਿਲੂਗੀ, ਜਾਂ ਜਿਹੜਾ ਉਹ ਕਾਰਪਸ ਬਣਿਆ ਵਾ ਉਹ ਕਾਰਪਸ ਨੂੰ ਕੌਣ ਮੈਨੇਜ ਕਰੂਗਾ ਜੀ। ਪਰ ਦੂਸਰੇ ਪਾਸੇ ਇਹ ਜਿਹੜੇ ਪੋਲੀਟੀਕਲ ਕਲਾਸ ਆ ਜਿਨ੍ਹਾਂ ਨੇ ਕਾਨੂੰਨ ਬਣਾਇਆ ਸੀ, ਬਹੁਤ ਮੰਦਭਾਗੀ ਗੱਲ ਵਾ ਇਹ। ਬਹੁਤ ਮੈਨੂੰ ਲੱਗਦਾ ਵੀ ਜੇ ਤੁਸੀਂ ਲੁਕਵਾਂ ਸੱਚ ਕਹਿੰਦੇ ਹੋ ਜਾਂ ਕੜਵਾ ਸੱਚ ਇਹ ਕਹਿੰਦਾ, ਜਿਹਦੇ ਵਿੱਚ ਇਹਨਾਂ ਨੇ MLA ਸਾਹਿਬ ਆਪਣੇ ਜਿਹੜੇ MP ਸਾਹਿਬ ਸੀਗੇ ਉਹਨਾਂ ਨੂੰ ਇਹਦੇ ਵਿੱਚੋਂ ਜਿਹੜਾ ਸੀਗਾ ਉਹ ਸਕੀਮ ਦੇ ਜਿਹੜੀ ਪੁਰਾਣੀ ਸਕੀਮ ਦੇ ਨਾਲ ਹੀ ਉਹਨਾਂ ਨੂੰ ਲਾਗੂ ਕੀਤਾ। ਰਾਦਰ ਉਹਦੇ ਬਾਅਦ ਇਹਨਾਂ MLA MP ਦੀਆਂ ਬਹੁਤ ਸਾਰੀਆਂ ਜਿਹੜੀਆਂ ਤਨਖਾਹਾਂ ਵਧਾ ਦਿੱਤੀਆਂ ਗਈਆਂ, ਪੈਨਸ਼ਨਾਂ ਵਧਾ ਦਿੱਤੀਆਂ, ਭੱਤੇ ਵਧਾ ਦਿੱਤੇ ਗਏ। ਭਾਵੇਂ ਉਹ MLA MP ਜਦੋਂ ਸਹੁੰ ਚੁੱਕ ਲੈਂਦਾ ਵਾ, ਦਸਤਖਤ ਕਰ ਦਿੰਦਾ ਵਾ, ਉਸ ਤੋਂ ਬਾਅਦ ਮੈਂਬਰ ਰਹਿੰਦਾ ਵਾ, ਨਹੀਂ ਰਹਿੰਦਾ, 5 ਸਾਲ ਰਹਿੰਦਾ ਵਾ। ਜਾਂ ਪੰਜਾਬ ਦੇ ਵਿੱਚ ਇਸ ਹੱਦ ਤੱਕ ਵੀ ਬੇਸ਼ਰਮੀ ਕੀਤੀ ਗਈ ਵੀ ਹਰ ਪੈਨਸ਼ਨ ਦੇ ਹਰ ਨਵੇਂ ਟਨਿਓ ਦੇ ਨਾਲ 66% ਉਹਦੀ ਪੈਨਸ਼ਨ ਜੋੜ ਕੇ, ਔਰ ਜਿਹੜੀਆਂ ਖਾਸ ਕਰਕੇ ਇਹ ਸਾਡੇ ਕੋਲ MLA ਸਾਹਿਬ ਹੈਗੇ ਉਹ 4-4 5-5 ਪੈਨਸ਼ਨਾਂ ਅੱਜ ਤੱਕ ਲੈ ਰਹੇ ਆ। ਹੁਣ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇਹਨਾਂ ਸਰਕਾਰ ਨੇ ਫੈਸਲਾ ਕੀਤਾ ਸੀਗਾ ਵੀ ਉਹਨਾਂ ਦੀ ਇੱਕੋ ਪੈਨਸ਼ਨ ਰਹਿ ਜਾਊਗੀ,
ਸਰਕਾਰੀ ਮੁਲਾਜ਼ਮਾਂ ਨੂੰ ਬਾਹਰ ਰੱਖਿਆ ਸੀ। ਔਰ ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ ਇਹ ਮੁੱਦਾ ਬਣ ਕੇ ਉੱਠਿਆ ਕਿ ਕਿਉਂ ਇਹ ਜਿਹੜੇ ਸਰਕਾਰੀ ਮੁਲਾਜ਼ਮ ਆ, ਜਿਹੜੀ ਸਾਰਾ ਆਪਣਾ ਜਿਹੜਾ ਮਤਲਬ ਜੀਵਨ ਹੈਗਾ, ਜਿਹੜਾ ਜਵਾਨੀ ਜਿਹੜੀ ਆ ਉਹ ਦੇਸ਼ ਦੀ ਡਿਵੈਲਪਮੈਂਟ ਵਾਸਤੇ ਜਾਂ ਪਬਲਿਕ ਨੂੰ ਸਰਵਿਸ ਵਾਸਤੇ ਦਿੰਦੇ ਆ, ਤੇ ਉਹਨਾਂ ਨੂੰ ਇਹ ਜਿਹੜਾ ਹੈਗਾ ਸੀ ਇਸ ਅਧਿਕਾਰ ਤੋਂ ਕਿਉਂ ਵਾਂਝਾ ਰੱਖਿਆ ਗਿਆ। ਇਹ ਗੱਲ ਠੀਕ ਹੈਗੀ ਆ, ਬਾਹਰਲੇ ਦੇਸ਼ਾਂ ਦੀ ਇਹ ਐਗਜ਼ਾਮਪਲ ਦਿੰਦੀ ਆ, ਪਰ ਬਾਹਰਲੇ ਦੇਸ਼ਾਂ ਦੇ ਵਿੱਚ ਸੋਸ਼ਲ ਸਿਕਿਉਰਿਟੀ ਬਹੁਤ ਜ਼ਿਆਦਾ ਹੈ। ਓਲਡ ਏਜ ਪੈਨਸ਼ਨ ਹਰ ਇੱਕ ਨੂੰ ਮਿਲ ਜਾਂਦੀ ਆ, ਉਹਦੇ ਵਿੱਚ ਤੁਹਾਡਾ ਜਿਹੜਾ ਇੰਸ਼ੋਰੈਂਸ ਹੈਗੀ ਆ, ਉਹਦੇ ਵਿੱਚ ਮੈਡੀਕਲ ਜਿਹੜਾ ਤੁਹਾਡਾ ਫੈਸਿਲਿਟੀਜ਼ ਹੈਗੀਆਂ, ਬਹੁਤ ਸਾਰੀਆਂ ਫੈਸਿਲਿਟੀਜ਼ ਆ। ਉਹ ਇਹ ਹਾਲ ਨਹੀਂ ਹੁੰਦਾ ਜਿਹੜਾ ਸਾਡਾ ਇੱਥੇ ਹਾਲ ਹੁੰਦਾ। ਦੂਸਰੇ ਪਾਸੇ ਰਿਟਾਇਰ ਹੋਏ ਬੰਦਿਆਂ ਨੂੰ ਪਹਿਲਾਂ ਇਹ ਹੁੰਦਾ ਸੀਗਾ ਕਿ ਜਿਹੜੇ ਉਹਨੂੰ ਪੈਸੇ ਮਿਲਦੇ ਸੀਗੇ ਬੈਂਕਾਂ ਦੇ ਵਿੱਚ ਜਾਂ ਪੋਸਟ ਆਫਿਸ ਦੇ ਵਿੱਚ ਰੀਜ਼ਨੇਬਲ ਚੰਗੇ ਪਰਸੈਂਟ ਦਾ ਜਿਹੜਾ ਹੁੰਦਾ ਸੀ ਉਹ ਵਿਆਜ ਮਿਲ ਜਾਂਦਾ ਸੀਗਾ, ਜਿਹਦੇ ਨਾਲ ਉਹਦੀ ਮੰਥਲੀ ਇਨਕਮ ਬਣੀ ਰਹਿੰਦੀ ਸੀ। ਪਰ ਹੁਣ ਤੁਸੀਂ ਦੇਖਿਆ ਕਿ ਪਹਿਲੇ ਲੰਮੇ ਸਮੇਂ ਤੋਂ ਲਗਾਤਾਰ ਵਿਆਜ ਦਰਾਂ ਜਿਹੜੀਆਂ ਹੈਗੀਆਂ ਉਹ ਬਹੁਤ ਘਟ ਕੇ, ਔਰ ਹੁਣ ਇਸ ਵੇਲੇ ਹਾਲ ਇਹ ਹੈਗਾ ਕਿ ਜਿਹੜੀਆਂ ਸੀਨੀਅਰ ਸਿਟੀਜ਼ਨ ਦੇ ਪੈਸੇ ਬੈਂਕਾਂ ਦੇ ਵਿੱਚ ਹੈਗੇ ਆ ਜਾਂ ਡਾਕਖਾਨੇ ਦੇ ਵਿੱਚ ਹੈਗਾ, ਉਹ ਜਿੰਨਾ ਸਾਡਾ ਮਹਿੰਗਾਈ ਇਸ ਵੇਲੇ ਹੈਗੀ ਆ ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਥੱਲੇ ਆ ਜੀ। ਇਹਦਾ ਮਤਲਬ ਹੈਗਾ ਕਿ ਜਿਹੜੀ ਪੂੰਜੀ ਉਹਨਾਂ ਨੇ ਸਾਰੀ ਉਮਰ ਬਚਾ ਕੇ ਰੱਖੀ ਸੀਗੀ ਉਹ ਹੌਲੀ ਹੌਲੀ ਖੁਰਦੀ ਜਾਊਗੀ, ਔਰ ਬਾਅਦ ਚ ਪਤਾ ਨਹੀਂ ਉਹਨਾਂ ਦਾ ਕੀ ਬਣੇ। ਇਸੇ ਮੁੱਦੇ ਨੂੰ ਲੈ ਕੇ ਹੋਰ ਰਾਜਨੀਤਿਕ ਪਾਰਟੀਆਂ, ਖਾਸ ਕਰਕੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਸੀਗੀਆਂ, ਉਹਨਾਂ ਨੇ ਪਿਛਲੇ ਇਲੈਕਸ਼ਨ ਦੇ ਵਿੱਚ ਚੰਗੀ ਗੱਲ ਆ ਕਿ ਮੁੱਦਾ ਬਣਿਆ। ਇਹ ਮੁੱਦਾ ਦੋ ਪੱਧਰ ਤੇ ਬਣਿਆ। ਇੱਕ ਤਾਂ ਪੋਲੀਟੀਕਲ ਪਾਰਟੀਆਂ ਨੇ ਇਹ ਬਣਾਇਆ ਕਿ ਜਿਹੜੇ ਸਰਕਾਰੀ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਅਸੀਂ 2000 ਦੀ ਪੁਰਾਣੀ ਪੈਨਸ਼ਨ ਤੇ ਲੈ ਕੇ ਆਵਾਂਗੇ। ਦੂਸਰਾ ਮੁੱਦਾ ਇਹਦੇ ਨਾਲ ਜਿਹੜਾ ਬਰਾਬਰ ਦਾ ਜਿਹੜਾ ਬਣਿਆ ਉਹ ਹੈਗਾ ਕਿ ਸਵਾਲ ਕਰਦੇ ਲੋਕੀ ਹੁਣ ਕਿ ਇਹ ਜਿਹੜੇ ਰਾਜਨੀਤੀਵਾਨ ਸੋ ਕਾਲਡ ਜਿਹੜੇ ਹੈਗੇ ਆ, ਜਿਨ੍ਹਾਂ 'ਚ ਕੋਈ ਪੜ੍ਹਾਈ ਦੀ ਯੋਗਤਾ ਨਹੀਂ ਹੈਗੀ। ਪਿਛਲੇ ਸਮੇਂ ਦੇ ਵਿੱਚ ਦੇਖਿਆ ਵੀ ਸਾਡੀ ਪਾਰਲੀਮੈਂਟ ਦੇ ਵਿੱਚ, ਅਸੈਂਬਲੀਜ਼ ਦੇ ਵਿੱਚ ਅੱਧਿਆਂ ਤੋਂ ਜ਼ਿਆਦਾ ਜਿਹੜਾ ਸੀਗਾ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਕ ਵੀ ਸੀਗੇ ਜੀ। ਇੱਕ ਸਟੇਟ ਹੈਗੀ ਹੈ ਇੰਡੀਆ ਦੇ ਵਿੱਚ ਜੋ 83-84% ਲੋਕ ਜਿਹੜੇ ਸੀ ਉਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਸੀ, ਜਿਨ੍ਹਾਂ ਤੇ ਰੇਪ ਦੇ ਉੱਤੇ ਐਲੀਗੇਸ਼ਨ ਸੀ, ਮਰਡਰ ਹੈਗੇ ਸੀਗੇ, ਗੈਂਗਸਟਰਸ ਦੇ ਵਿੱਚ ਲੱਗੇ ਹੋਏ ਸੀਗੇ, ਕਾਸਟ ਵਾਰ ਦੇ ਵਿੱਚ ਲੱਗੇ ਹੋਏ ਸੀਗੇ, ਐਨੀਵਰਸਿਟੀ ਕਰਾਉਣ ਦੇ ਵਿੱਚ ਲੱਗੇ ਸੀ, ਬਹੁਤ ਵੱਡੇ ਫਰਾਡ ਜਿਹੜੇ ਉਹ ਲੱਗੇ ਸੀ, ਜਿਹੜੇ ਹੈਗੇ ਸੀ ਉਹ ਹੋਏ ਸੀਗੇ। ਉਹ ਸਾਰੀਆਂ ਸਹੂਲਤਾਂ ਮਾਣ ਰਹੇ ਕਿਉਂਕਿ ਇਹ ਮੁੱਦਾ ਬਣ ਰਿਹਾ ਵਾ। ਇਸ ਕਰਕੇ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਅਪੋਜੀਸ਼ਨ ਹੁੰਦੀ ਆ ਉਹ ਇਹ ਗੱਲ ਕਰਦੀ ਆ ਕਿ ਇਹ ਕਿਉਂਕਿ ਇੰਪਲਾਈਜ਼ ਦਾ ਨੰਬਰ ਬਹੁਤ ਜ਼ਿਆਦਾ ਹੈ, ਇੱਕ ਇੰਪਲਾਈ ਦੇ ਨਾਲ ਇੱਕ ਪਰਿਵਾਰ ਜੁੜਿਆ ਹੁੰਦਾ ਵਾ, ਔਰ ਆਮ ਤੌਰ ਤੇ 4-5 ਵੋਟਾਂ ਇੱਕ ਇੰਪਲਾਈ ਦੇ ਨਾਲ ਜਿਹੜੀਆਂ ਘਰ ਦੇ ਵਿੱਚ ਜੁੜੀਆਂ ਹੁੰਦੀਆਂ ਵਾ, ਜਾਂ ਇਸ ਤਰੀਕੇ ਨਾਲ ਥੋੜਾ ਪ੍ਰਭਾਵ ਵੀ ਰੱਖਦਾ ਵਾ ਪਬਲਿਕ ਓਪੀਨੀਅਨ ਬਣਾਉਣ ਵਾਸਤੇ। ਇਹ ਜਿਹੜੀਆਂ ਸਰਕਾਰਾਂ, ਖਾਸ ਕਰਕੇ ਆਪੋਜੀਸ਼ਨ ਪਾਰਟੀਆਂ ਇਲੈਕਸ਼ਨ ਦੇ ਵਿੱਚ, ਜਦੋਂ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਸੀਗੀ, ਇਹਨੇ ਵੀ ਕੀਤਾ ਸੀਗਾ ਕਿ ਅਸੀਂ 2004 ਦੇ ਵਿੱਚ ਜਿਹੜੀ ਪੈਨਸ਼ਨ ਲਾਗੂ ਕਰਾਂਗੇ, ਔਰ ਜਿਹੜੇ ਬੇਸਿਸ ਦੇ ਉੱਤੇ ਜਿਹੜਾ ਸੀ ਉਹਨੂੰ ਕਾਫੀ ਵੱਡੀ ਸਪੋਰਟ ਮਿਲਦੀ ਹੈ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹ ਤੋਂ ਪਹਿਲਾਂ 2018 ਦੇ ਵਿੱਚ ਛੱਤੀਸਗੜ੍ਹ ਦੇ ਵਿੱਚ ਔਰ ਮੱਧ ਪ੍ਰਦੇਸ਼ ਦੇ ਵਿੱਚ ਔਰ ਰਾਜਸਥਾਨ ਦੇ ਵਿੱਚ ਜਿਹੜੀਆਂ 3 ਕਾਂਗਰਸ ਸਰਕਾਰਾਂ ਬਣੀਆਂ ਸੀ। ਭਾਵੇਂ ਮੱਧ ਪ੍ਰਦੇਸ਼ ਦੇ ਵਿੱਚ ਸਾਲ ਸਵਾ ਸਾਲ ਬਾਅਦ ਜਿਹੜਾ ਉੱਥੇ ਇੱਕ ਪੋਲੀਟੀਕਲ ਕੂ ਆ ਗਿਆ ਸੀਗਾ ਤੇ ਉਹ ਬੀਜੇਪੀ ਫਿਰ ਤੱਕ ਚ ਆ ਗਈ। ਉਹਨਾਂ ਨੇ ਵੀ ਗੱਲ ਕਹੀ ਸੀ, ਉਹਨਾਂ ਨੇ ਕਾਨੂੰਨ ਪਾਸ ਵੀ ਕੀਤੇ ਆ। ਛੱਤੀਸਗੜ੍ਹ ਅਸੈਂਬਲੀ ਨੇ ਔਰ ਰਾਜਸਥਾਨ ਅਸੈਂਬਲੀ ਨੇ ਕਾਨੂੰਨ ਪਾਸ ਵੀ ਕਰਤੇ ਆ, ਪਰ ਉਹ ਕਾਨੂੰਨ ਪਾਸ ਉਹਨਾਂ ਚਿਰ ਉਹਨਾਂ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਚਿਰ ਇਹਨਾਂ ਨੂੰ ਸੈਂਟਰ ਗਵਰਨਮੈਂਟ ਦੀ ਜਾਂ ਪਾਰਲੀਮੈਂਟ ਦੀ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਕੰਸੈਂਟ ਨਹੀਂ ਮਿਲਦੀ। ਆਪਾਂ ਸਭ ਨੂੰ ਪਤਾ ਹੈ ਕਿ ਸਟੇਟਾਂ ਦੇ ਵਿੱਚ ਜਿਹੜੇ ਗਵਰਨਰ ਹੈਗੇ ਆ ਉਹ ਬੀਜੇਪੀ ਸਰਕਾਰ ਨੇ ਲਾਏ ਆ, ਉਹ ਬੀਜੇਪੀ ਦੇ ਬੰਦੇ ਆ, ਔਰ ਉਹ ਮੈਨੂੰ ਲੱਗਦਾ ਕਿ ਜੇ ਪਾਸ ਵੀ ਕਰ ਦੇਣਗੇ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਦੇਖੋ ਅਸੀਂ ਪਾਸ ਕਰਤਾ, ਜਿੱਦਾਂ ਕਹਿੰਦੇ ਪੰਜਾਬੀ ਚ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ, ਪਰ ਇਹਨਾਂ ਨੂੰ ਇਹ ਗੱਲ ਦਾ ਪਤਾ ਹੈਗਾ ਕਿ ਇਹ ਕਾਨੂੰਨ ਜਿਹੜਾ ਹੈਗਾ ਵਾ ਜਿੰਨਾ ਚਿਰ ਸਰ ਸੇਖੋ ਸਰ ਭਗਵੰਤ ਮਾਨ ਤਾਂ ਹੁਣ ਵੀ ਜਦੋਂ ਹੁਣ ਬਾਈ ਇਲੈਕਸ਼ਨ ਚੱਲ ਰਹੇ ਸੰਗਰੂਰ ਦੀ, ਉੱਥੇ ਇਹ ਗੱਲ ਮੁੱਦਾ ਬੜਾ ਉਠਾ ਰਹੇ ਨੇ ਵੀ ਅਸੀਂ ਛੱਤੀਸਗੜ੍ਹ ਤੋਂ ਤੇ ਰਾਜਸਥਾਨ ਤੋਂ ਉਹ ਸਾਰੀਆਂ ਨੀਤੀਆਂ ਮੰਗਾਵਾਂਗੇ ਵੀ ਕਿਹੜੀ ਨੀਤੀ ਤਹਿਤ ਪੈਨਸ਼ਨਾਂ ਬਹਾਲ ਕੀਤੀਆਂ ਗਈਆਂ ਨੇ। ਲੋਕਾਂ ਨੂੰ ਤਾਂ ਇਹੀ ਦੱਸਿਆ ਜਾ ਰਿਹਾ ਵੀ ਉੱਥੇ ਇਹ ਪੈਨਸ਼ਨਾਂ ਬਹਾਲ ਹੋ ਚੁੱਕੀਆਂ ਨੇ, ਅਸੀਂ ਵੀ ਉਸ ਤਰਜ਼ ਦੇ ਉੱਪਰ ਪੰਜਾਬ ਦੇ ਵਿੱਚ ਪੈਨਸ਼ਨਾਂ ਬਹਾਲ ਕਰਾਂਗੇ। ਕੀ ਭਗਵੰਤ ਮਾਨ ਨੂੰ ਇਸ ਗੱਲ ਦਾ ਸੱਚਮੁੱਚ ਇਲਮ ਨਹੀਂ ਵੀ ਉੱਥੇ ਇਹ ਲਾਗੂ ਨਹੀਂ ਹੋਇਆ, ਜਾਂ ਫਿਰ ਜਾਣਬੁੱਝ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ? ਮੇਰੇ ਖਿਆਲ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਹੈਗੇ ਆ, ਉਹਨਾਂ ਤੋਂ ਮੇਰੇ ਤੋਂ ਜ਼ਿਆਦਾ ਇਨਫੋਰਮੇਸ਼ਨ ਹੈਗੀ ਹੈ। ਜਿਹੜੀ ਮੇਰੀ ਇਨਫੋਰਮੇਸ਼ਨ ਹੈਗੀ ਆ ਕਿ ਸੈਂਟਰ ਗਵਰਨਮੈਂਟ ਨੇ ਜਿਹੜਾ ਹੈਗਾ ਉਹ ਅਲਾਉ ਨਹੀਂ ਕੀਤਾ ਜੀ, ਔਰ ਵਾਪਸ ਪਿਆ ਵਾ ਸਟੇਟਾਂ ਦਾ ਉਹਦੇ ਵਿੱਚ ਪਿਆ ਵਾ, ਉਹਦੇ ਬਾਰੇ ਕੋਈ ਪੱਲਾ ਨਹੀਂ ਫੜਾ ਰਹੇ, ਨਾ ਰਾਜਸਥਾਨ ਨੂੰ ਕੋਈ ਪੱਲਾ ਫੜਾ ਰਹੇ ਆ ਤੇ ਨਾ ਜਿਹੜਾ ਹੈਗਾ ਛੱਤੀਸਗੜ੍ਹ ਨੂੰ ਪੱਲਾ ਫੜਾ ਰਹੇ ਆ। ਹਾਂ, ਜੇ ਇਹ ਲਾਗੂ ਹੋਈ ਹੁੰਦੀ ਤੇ ਸਾਰੇ ਦੇਸ਼ ਦੇ ਵਿੱਚ ਜਿਹੜੀ ਸੀਗੀ ਉਹ ਆਪਣੀ ਇੱਕ ਕਿਸਮ ਦੀ ਲਹਿਰ ਖੜੀ ਹੋਣੀ ਸੀਗੀ। ਸੋ ਮੇਰਾ ਖਿਆਲ ਇਹ ਹੈਗਾ ਕਿ ਜੇ ਭਗਵੰਤ ਮਾਨ ਜੀ ਕਹਿ ਰਹੇ ਆ, ਹਾਂ ਇਹ ਜ਼ਰੂਰ ਹੈ ਕਿ ਉੱਥੋਂ ਡਰਾਫਟ ਮੰਗਾ ਸਕਦੇ ਆ, ਇਹ ਜ਼ਰੂਰ ਹੈ ਕਿ ਉਹਦਾ ਜਿਹੜਾ ਹੈਗਾ ਜਿਹੜਾ ਬਿੱਲ ਤਿਆਰ ਕੀਤਾ ਹੋਊਗਾ, ਜਿਹੜਾ ਖਰੜਾ ਤਿਆਰ ਕੀਤਾ ਹੋਊ, ਜਿਹੜੀ ਬਹਿਸ ਹੋਏਗੀ ਜਾਂ ਫਾਈਨ ਟਿਊਨ ਕੀਤਾ ਹੋਊਗਾ ਉੱਥੋਂ ਮੰਗਵਾ ਸਕਦੇ ਆ। ਪਰ ਇਹ ਜਿੱਥੋਂ ਤੱਕ ਮੇਰਾ ਨੌਲੇਜ ਹੈਗਾ
ਕਿ ਕਿਉਂਕਿ ਸੈਂਟਰ ਗਵਰਨਮੈਂਟ ਨੇ ਇਹ ਗਵਰਨਮੈਂਟ ਆਫ ਇੰਡੀਆ ਜਿਹੜੀ ਪਾਰਲੀਮੈਂਟ ਐਕਟ ਥੱਲੇ ਜਿਹੜਾ ਸੀ ਇਹ ਪੈਨਸ਼ਨ ਪੁਰਾਣੀ ਬੰਦ ਹੋਈ ਸੀਗੀ, ਜਿੰਨਾ ਚਿਰ ਇਹਦੇ ਉੱਤੇ ਪਾਰਲੀਮੈਂਟ ਜਿਹੜੀ ਹੈਗੀ ਆ ਉਹ ਕਾਨੂੰਨ ਨਹੀਂ ਬਣਾਉਂਦੀ, ਔਰ ਜਿਹੜਾ ਪੈਸਾ ਉਸ ਕਾਰਪਸ ਦੇ ਵਿੱਚ ਜਮ੍ਹਾਂ ਹੋਇਆ ਸੈਂਟਰਲ ਕਾਰਪਸ ਦੇ ਵਿੱਚ, ਜਿਹੜਾ ਪੈਸਾ ਉਹ ਸਟੇਟਾਂ ਦੇ ਕੋਲ ਨਹੀਂ ਰਹਿੰਦਾ, ਉਹ ਸੈਂਟਰ ਦੇ ਕੋਲ ਚਲ ਜਾਂਦਾ। ਸੈਂਟਰ ਜਿਹੜੀ ਉਹਦੀ ਇਨਵੈਸਟਮੈਂਟ ਕਰਦੀ ਆ। ਮੇਰੀ ਜਾਣਕਾਰੀ ਮੁਤਾਬਕ ਹੈਗਾ ਵੀ ਉਹ ਗੱਲ ਉੱਥੇ ਦੀ ਉੱਥੇ ਪਈ ਹੈਗੀ ਆ, ਉੱਥੇ ਕੋਈ ਕਿਸੇ ਤਣ ਪੱਤਣ ਨਹੀਂ ਲੱਗੀ। ਔਰ ਜੇ ਭਗਵੰਤ ਮਾਨ ਜੀ ਇਹ ਕਹਿ ਰਹੇ ਆ ਕਿ ਉੱਥੇ ਲਾਗੂ ਹੋ ਗਈ ਆ, ਫਿਰ ਮੇਰੇ ਖਿਆਲ ਵੀ ਉਹ ਜ਼ਿਆਦਾ ਬਿਹਤਰ ਜਿਹੜਾ ਹੈਗਾ ਉਹ ਜਾਣਦੇ ਹੋਣਗੇ। ਪਰ ਜਿਸ ਤੱਕ ਮੇਰਾ ਇਲਮ ਹੈਗਾ ਵਾ ਇਹ ਸਕੀਮ ਲਾਗੂ ਨਹੀਂ ਹੋਈ, ਰਾਹ ਦੇ ਵਿੱਚ ਹੀ ਅੜੀ ਪਈ ਹੈ। ਜੀ ਸਟੇਟਾਂ ਨੇ ਜ਼ਰੂਰ ਉਹਨੂੰ ਪਾਸ ਕਰਤਾ, ਜਿੱਦਾਂ ਕਿ ਇਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵਾਟਰ ਟਰਮੀਨੇਸ਼ਨ ਐਕਟ ਪਾਸ ਕਰਤਾ ਸੀਗਾ ਜੀ, ਪਰ ਵਾਟਰ ਟਰਮੀਨੇਸ਼ਨ ਐਕਟ ਅਲਟੀਮੇਟਲੀ ਫਿਰ ਉਹ ਜਿਹੜਾ ਥੋੜੇ ਸਮੇਂ ਦਾ ਪੋਸਟਪੋਨ ਹੋਈ ਸੀ ਗੱਲ, ਪਰ ਫਿਰ ਜਦੋਂ ਸੁਪਰੀਮ ਕੋਰਟ ਦੇ ਵਿੱਚ ਗਿਆ ਵਾ ਤੇ ਉਹਦੇ ਵਿੱਚ ਆਣ ਕੇ ਫਿਰ ਦੁਬਾਰਾ ਉਸੇ ਪਾਸੇ ਹੀ ਆ ਗਿਆ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਜਿਹੜਾ ਮੁੱਦਾ ਹੈਗਾ ਵਾ ਇਹ ਠੀਕ ਹੈ, ਪੋਲੀਟੀਕਲ ਮੁੱਦਾ ਹੈ, ਲੋਕਾਂ ਨੂੰ ਪੋਲੀਟੀਕਲ ਪਾਰਟੀਆਂ ਮੂਰਖ ਬਣਾਉਂਦੀਆਂ ਵਾ, ਪਿੱਛੇ ਲਾਉਂਦੀਆਂ ਵਾ, ਪਰ ਮਤਲਬ ਇਹ ਤਾਂ ਤਕਰੀਬਨ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਐਮਪਲਾਈਜ਼ ਨੂੰ ਭਲੀ ਭਾਂਤ ਪਤਾ ਹੋਣਾ ਚਾਹੀਦਾ ਵੀ ਇਹਨਾਂ ਦੇ ਵੱਸ ਦਾ ਰੋਗ ਨਹੀਂ ਹੈ ਉਹਨੂੰ ਲਾਗੂ ਕਰਨਾ। ਔਰ ਜਿੰਨਾ ਚਿਰ ਸੈਂਟਰ ਗਵਰਨਮੈਂਟ ਉਹਦੀ ਕੰਸੈਂਟ ਨਹੀਂ ਦਿੰਦੀ, ਪਾਰਲੀਮੈਂਟ ਉਹਦੇ ਦੁਬਾਰਾ ਉਹਨੂੰ ਐਕਟ ਨੂੰ ਰਿਵਾਈਜ਼ ਨਹੀਂ ਕਰਦੀ, ਉਹਨਾਂ ਚਿਰ ਪੁਰਾਣੀ ਸਕੀਮ ਜਿਹੜੀ ਆ ਉਹ ਨਹੀਂ ਆ ਸਕਦੀ ਸਟੇਟ ਦੇ ਵਿੱਚ। ਜੀ ਬਿਲਕੁਲ, ਫਿਰ ਆਪਾਂ ਕਹਿ ਸਕਦੇ ਵੀ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਸੀਐਮ ਸਾਹਿਬ ਵੱਲੋਂ, ਭਗਵੰਤ ਮਾਨ ਜੀ ਵੱਲੋਂ, ਉਹ ਸਿਰਫ ਔਰ ਸਿਰਫ ਇਲੈਕਸ਼ਨ ਦੇ ਮੱਦੇਨਜ਼ਰ ਸਿਆਸਤ ਨਾਲ ਸੰਬੰਧਿਤ ਹੀ ਬਿਆਨ ਹੋ ਸਕਦੇ ਨੇ। ਤੇ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਪਿਛਲੇ ਦਿਨੀ ਜੰਗਲਾਤ ਵਿਭਾਗ ਦੀ ਜ਼ਮੀਨ ਬੜੇ ਪੱਧਰ ਤੇ ਐਕਵਾਇਰ ਕੀਤੀ ਵੀ ਸਰਕਾਰ ਦੇ ਵੱਲੋਂ, ਇਹ ਕਹਿੰਦੇ ਵੀ ਅਸੀਂ ਜ਼ਮੀਨ ਜੋ ਦੱਬੀ ਹੋਈ ਆ ਛਡਾਈ ਜਾਏਗੀ, ਲੇਕਿਨ ਉਸ ਦੇ ਉੱਪਰ ਵੀ ਸਰਕਾਰ ਨੂੰ ਇੱਕ ਝਟਕਾ ਲੱਗਦਾ ਹੋਇਆ ਨਜ਼ਰ ਆਇਆ, ਕਿਉਂਕਿ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਹੈਗੀ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੇ ਉੱਪਰ। ਹੁਣ ਪੰਜਾਬ ਸਰਕਾਰ ਜੰਗਲਾਤ ਦੀ ਜੋ ਜ਼ਮੀਨ ਅਕਵਾਇਰ ਨਹੀਂ ਕਰ ਸਕਦੀ, ਜੋ ਜਿਨ੍ਹਾਂ ਨੂੰ ਨਜਾਇਜ਼ ਕਬਜ਼ੇ ਕਹਿ ਕੇ ਅਕਵਾਇਰ ਕੀਤੀ ਜਾ ਰਹੀ ਸੀ। ਆਖਰ ਕੀ ਕਾਰਨ ਨੇ ਵੀ ਜੰਗਲਾਤ ਦੀ ਜ਼ਮੀਨ ਜੋ ਸਰਕਾਰ ਹੁਣ ਅਕਵਾਇਰ ਕਰ ਰਹੀ ਸੀ, ਹਾਈ ਕੋਰਟ ਨੇ ਕਿਹੜੇ ਤੱਥਾਂ ਦੇ ਆਧਾਰ ਦੇ ਉੱਪਰ ਰੋਕ ਲਗਾਈ ਜੀ? ਕੀ ਕਾਰਨ ਰਹੇ ਕਿ ਹੁਣ ਸਰਕਾਰ ਜੰਗਲਾਤ ਦੀ ਉਹ ਜ਼ਮੀਨ ਅਕਵਾਇਰ ਨਹੀਂ ਕਰ ਸਕੇਗੀ? ਮੇਰੇ ਖਿਆਲ ਕੋਈ ਲੀਗਲ ਲਿਊਮਿਨਰੀ ਜਿਹੜੇ ਹੈਗੇ ਆ ਵਧੀਆ ਜਵਾਬ ਤਾਂ ਜਿਹੜਾ ਕੋਈ ਵੀ ਐਡਵੋਕੇਟ ਸਾਹਿਬ ਹੈਗੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹ ਦੇ ਸਕਦੇ ਆ। ਪਰ ਜਿੱਥੋਂ ਤੱਕ ਮੈਨੂੰ ਥੋੜੀ ਬਹੁਤੀ ਸਮਝ ਲੱਗੀ ਆ, ਜਿਹੜਾ ਆਰਡਰ ਆਇਆ ਵਾ ਸ਼ਾਰਟ ਆਰਡਰ ਹੈਗਾ ਵਾ, ਕਿਉਂਕਿ ਹਾਈ ਕੋਰਟ ਹੈਗੀ ਆ ਕਿ ਜਿਹੜੇ ਉੱਥੇ ਪਾਰਟੀਆਂ ਗਈਆਂ ਉਹਨਾਂ ਨੇ ਕਿਹਾ ਵੀ ਸਾਨੂੰ ਮੌਕਾ ਨਹੀਂ ਦਿੱਤਾ ਗਿਆ, ਸਾਡੀ ਗੱਲ ਨਹੀਂ ਸੁਣੀ ਗਈ। ਔਰ ਕਿਉਂਕਿ ਜ਼ਮੀਨ ਦਾ ਇੱਕ ਉਹ ਮਸਲਾ ਹੈਗਾ ਵਾ ਕਿ ਜਿਹਨੂੰ ਰਿਜ਼ੋਲਵ ਕਰਨ ਵਾਸਤੇ, ਜਿੱਦਾਂ ਕਹਿੰਦੇ ਨਾ ਇੱਕ ਦੀਵਾਨੀ ਦੇ ਮੁਕੱਦਮਿਆਂ ਦੇ ਵਿੱਚ ਜਿਹੜਾ ਬਾਬਾ ਕਹੇ ਨੇ ਕੇਸ ਜਿਹੜਾ ਫਾਈਲ ਕਰਦਾ ਤੇ ਪੋਤਰੇ ਦੇ ਵੇਲੇ ਵਿੱਚ ਜੇ ਸੁਣਵਾਈ ਹੋ ਜਾਵੇ ਜਾਂ ਫੈਸਲਾ ਹੋ ਜਾਏ ਤੇ ਉਹ ਇਸ ਦੇਸ਼ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਨਾ, ਮਤਲਬ ਉਹਨਾਂ ਪਰਿਵਾਰ ਵਾਸਤੇ ਜਿਹੜੀ ਹੈਗੀ ਨਾ ਬਹੁਤ ਵੱਡੀ ਇੱਕ ਕਿਸਮ ਦੀ ਪ੍ਰਾਪਤੀ ਹੁੰਦੀ ਆ। ਇਹ ਬਹੁਤ ਕੰਪਲੈਕਸ ਹੁੰਦਾ ਵਾ। ਔਰ ਇਹ ਜਿਹੜੇ ਫੈਸਲੇ ਦੀ ਗੱਲ ਕਰਦੀ ਹੈ ਕੋਈ ਝਟਕੇ ਵਾਲੀ ਗੱਲ ਨਹੀਂ ਹੈਗੀ। ਸਰਕਾਰ ਨੂੰ ਜਿਹੜਾ ਕਿਉਂਕਿ ਇੱਕ ਆਰਡਰ ਦਿੱਤਾ ਉਹਨਾਂ ਨੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੀ ਪ੍ਰੋਸੀਜਰ ਅਡਾਪਟ ਕੀਤਾ ਵਾ, ਡਿਮਾਰਕੇਟ ਕਿੱਦਾਂ ਕੀਤੀ ਆ, ਕਿਉਂਕਿ ਪਿੰਡਾਂ ਦੇ ਵਿੱਚ ਜਿੱਥੇ ਖਾਸ ਕਰਕੇ ਦਰਿਆ ਹੁੰਦਾ ਵਾ ਉਹ ਜ਼ਮੀਨ ਨੂੰ ਡਿਮਾਰਕੇਟ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ, ਉੱਥੇ ਟਾਈਮ ਲੱਗਦਾ ਹੈ। ਜਿੱਥੇ ਫੋਰੈਸਟ ਲੈਂਡ ਹੁੰਦੀ ਹੈ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੀ ਹੋਰਨਾਂ ਸਟੇਟਾਂ ਦੇ ਵਿੱਚ ਲੋਕਾਂ ਨੇ ਸਰਕਾਰੀ ਜ਼ਮੀਨ ਨੂੰ, ਫੋਰੈਸਟ ਜ਼ਮੀਨ ਜਿਹੜੀ ਹੈਗੀ ਸੀ ਸ਼ਾਮਲਾਟ ਦੀ ਜ਼ਮੀਨ ਆ, ਪੰਜਾਬ ਦੇ ਵਿੱਚ ਜਿਹੜੀ ਖਾਸ ਕਰਕੇ ਕੇਂਦਰੀ ਸਰਕਾਰ ਦੀ ਜ਼ਮੀਨ ਵੀ ਹੈਗੀ ਆ ਦਰਿਆਵਾਂ ਦੇ ਕੰਢੇ ਦੇ ਉੱਤੇ ਜਾਂ ਇੰਡੋ ਪਾਕਿਸਤਾਨ ਬਾਰਡਰ ਦੇ ਉੱਤੇ। ਮੈਂ ਦੱਸਣਾ ਚਾਹੁੰਦਾ ਕਿ ਤਾਰੋਂ ਪਾਰ ਜਿਹੜੇ 279 ਪਿੰਡ ਸੀਗੇ ਪੰਜਾਬ ਦੇ, ਉਹਨਾਂ ਦੀ ਜਿਹੜੀ ਵਾਹੀਯੋਗ ਜ਼ਮੀਨ ਆ ਕਾਸ਼ਤਕਾਰਾਂ ਦੇ ਨਾਂ ਉਹ ਕੋਈ 21,000 ਏਕੜ ਹੈਗੀ ਆ, ਪਰ ਕੁੱਲ ਜੇ ਜ਼ਮੀਨ ਮਿਲਾ ਕੇ ਉੱਤੇ ਦੇਖਿਆ ਜਾਵੇ ਤੇ ਉਹ 40-45,000 ਏਕੜ ਹੈਗੀ ਆ, ਜਿਹੜੀ ਕੋਈ ਸੈਂਟਰ ਗਵਰਨਮੈਂਟ ਦੀ ਹੈ, ਕੁਝ ਫੋਰੈਸਟ ਡਿਪਾਰਟਮੈਂਟ ਦੀ ਹੈ, ਕੋਈ ਪੰਜਾਬ ਦੀ ਹੈ, ਕੁਝ ਪਿੰਡਾਂ ਦੀਆਂ ਪੰਚਾਇਤਾਂ ਦੀ ਹੈ। ਤੇ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹਨੂੰ ਕਿਉਂਕਿ ਸਰਕਾਰ ਨੇ ਆਉਂਦਿਆਂ ਤੱਤ ਇਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਦੇ ਪਿੰਡਾਂ ਦੀਆਂ ਪੰਚਾਇਤਾਂ ਦੀ ਜ਼ਮੀਨ ਦਾ ਸਵਾਲ ਸੀਗਾ, ਡਿਮਾਰਕੇਟਡ ਸੀ, 10 ਕਿੱਲੇ ਸੀ, 20 ਕਿੱਲੇ ਸੀ, 30 ਕਿੱਲੇ ਸੀਗੇ, ਉਹ ਤਾਂ ਛਡਾਉਣੀ ਸੌਖੀ ਸੀ। ਬਾਕੀ ਆਪ ਨੂੰ ਸਭ ਨੂੰ ਪਤਾ ਹੈ ਕਿ ਮੋਹਾਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਟੱਬਰਾਂ ਨੇ ਜਾਂ ਵੱਡੇ ਵੱਡੇ ਕਲੋਨਾਈਜ਼ਰ ਨੇ ਜਾਂ ਵੱਡੇ ਵੱਡੇ ਜਿਹਨੂੰ ਆਪਾਂ ਮਗਰਮੱਛ ਵੀ ਕਹਿ ਦਈਏ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਾਂ ਅਫਸਰ ਜਿਹੜੇ ਹੈਗੇ ਆ ਖਾਸ ਕਰਕੇ ਬਿਊਰੋਕ੍ਰੇਸੀ ਦੇ ਵਿੱਚ, ਉੱਥੇ ਤੁਸੀਂ ਕਿਸੇ ਵੀ ਇਲਾਕੇ ਜਾ ਕੇ ਵੇਖ ਲਓ, ਸਭ ਨੂੰ ਪਤਾ ਹੁੰਦਾ ਜਿੰਨੇ ਇੱਥੋਂ ਦੇ ਵੱਡੇ ਅਫਸਰ ਸੀਗੇ, ਚਾਹੇ IAS ਸੀਗੇ, ਚਾਹੇ IPS ਸੀਗੇ ਜਾਂ ਪੋਲੀਟੀਕਲ ਕਲਾਸ ਸੀਗੀ, ਇਹਨਾਂ ਨੇ ਕਬਜ਼ੇ ਕੀਤੇ ਆ। ਹੁਣ ਇਹ ਗੱਲ ਹੈਗੀ ਆ ਕਿ ਉਹ ਕੋਰਟ ਦੇ ਵਿੱਚ ਗਏ ਆ, ਹੋ ਸਕਦਾ ਕਿਸੇ ਨੇ ਕੋਈ ਜੈਨੂਇਨ ਜ਼ਮੀਨ ਖਰੀਦੀ ਵੀ ਹੋਵੇ। ਇਹ ਵੀ ਹੁੰਦਾ ਸੀ, ਦੇਖਿਆ ਬਾਰਡਰ ਦੇ ਪਾਰ ਦੇ ਵਿੱਚ ਤਾਰਾਂ ਤੋਂ ਪਰਲੇ ਪਾਸੇ ਵੱਲ ਸ਼ਾਇਦ ਉਹ ਲੋਕ ਸਮਗਲਿੰਗ ਦੀ ਇਨਵੋਲਡ ਹੁੰਦੇ ਹੋਣ, 3 ਕਨਾਲ ਜ਼ਮੀਨ ਲੈ ਲਈ ਇੱਕ ਬੰਦੇ ਨੇ, 3 4 ਕਨਾਲ ਜ਼ਮੀਨ ਲੈ ਲਈ, ਔਰ ਉਸ ਤੋਂ ਬਾਅਦ ਮੁੜ ਕੇ ਜ਼ਮੀਨ ਸੀਜ਼ਰੀ ਬਣਨੀ ਸ਼ੁਰੂ ਕਰ ਦਿੱਤੀ, ਆਪਣਾ ਆਇਡੈਂਟੀ ਕਾਰਡ ਬਣਾ ਲਿਆ,
ਇਹ ਗੱਲ ਪਠਾਨਕੋਟ ਵਾਲੇ ਪਾਸੇ ਵੱਲ ਇੱਕ ਪਰਲੇ ਪਾਸੇ ਪਿੰਡ ਹੈਗਾ ਬਮਿਆਲ ਦੇ ਕੋਲ, ਉਹਦੀ ਮੈਂ ਐਗਜ਼ਾਮਪਲ ਤੁਹਾਨੂੰ ਦੇ ਰਿਹਾ। ਤੇ ਜ਼ਮੀਨਾਂ ਦੇ ਮਸਲੇ ਬਹੁਤ ਕੰਪਲੈਕਸ ਹੁੰਦੇ ਆ। ਜੇ ਹਾਈ ਕੋਰਟ ਨੇ ਕੋਈ ਇਹਨਾਂ ਨੂੰ ਰੋਕਿਆ ਨਹੀਂਗਾ, ਪਰ ਹਾਈ ਕੋਰਟ ਇੱਕ ਡਿਊ ਪ੍ਰੋਸੈਸ ਹੈ, ਕਿਉਂਕਿ ਕਾਨੂੰਨ ਦਾ ਪ੍ਰੋਸੈਸ ਅਡਾਪਟ ਕਰਨ ਵਾਸਤੇ ਹਾਈ ਕੋਰਟ ਕਹਿੰਦਾ ਵਾ। ਇਹ ਨਹੀਂ ਕਹਿੰਦੇ ਵੀ ਜਿੱਦਾਂ ਯੂਪੀ ਦੇ ਵਿੱਚ ਹੋ ਰਿਹਾ ਤੇ ਸਿੱਧੇ ਬਲਡੋਜ਼ਰ ਲੈ ਕੇ ਚਲੇ ਜਾਓ ਤੇ ਉਹਨੂੰ ਜਾ ਕੇ ਤੁਸੀਂ ਜਾਂ ਅਕਵਾਇਰ ਕਰ ਲਓ ਜਾਂ ਤੁਸੀਂ ਢਾਹ ਲਓ ਜਾਂ ਜੋ ਮਰਜ਼ੀ ਕਰ ਲਓ। तो इस करके स्टेट गवर्नमेंट को टाइम दिता गया। स्टेट गवर्नमेंट अपने फैक्ट एंड फिगर जाऊगी। जंगलात की जमीन के उत्ते स्टेट का जिहड़ा हुंदा कंट्रोल हुंदा, जिहड़ी भी जमीन हैगी आ वो स्टेट का कंट्रोल हुंदा। दरियावां दे कंढे ते जिहड़ी जमीन पई आ वो स्टेट के कंट्रोल थले हुंदी आ। तो इस करके ये नहीं हैगा, ये ठीक हैगा कि पार्टियां चले गईयां। हाई कोर्ट आम तौर ते ਉਹਦੇ ਤੇ ਪਲੀ ਦਿੱਤੀ ਜਾਂਦੀ ਹੈ ਕਿ ਸਾਡੀ ਗੱਲ ਨਹੀਂ ਸੁਣੀ ਗਈ, ਪ੍ਰੋਪਰ ਪ੍ਰੋਸੀਜਰ ਨਹੀਂ ਅਡਾਪਟ ਕੀਤਾ ਗਿਆ, ਸਾਨੂੰ ਨੋਟਿਸ ਨਹੀਂ ਦਿੱਤੇ ਗਏ ਜਾਂ ਸਾਨੂੰ ਵਾਰਨਿੰਗ ਨਹੀਂ ਦਿੱਤੀ ਗਈ ਜਾਂ ਸਾਡਾ ਕੋਈ ਨੁਕਸਾਨ ਹੋ ਗਿਆ। तो इस करके कोई बहुत वड्डी पंजाब गवर्नमेंट की मैनूं लगदा कोई सैटबैक नहीं हैगी। हाँ, इन्हां नूं तत्थां दे आधार ते गल्लां बातां नहीं कि चढ़ के उत्थे भी इन्ने हज़ार जिहड़ा रोज़ दा जिहड़ा हुंदा ना डे टू डे जिहड़ी बॉल टू बॉल कमेंटरी करन दी सरकार दे मंत्रियां नूं ते भगवंत सिंह मान नूं करन दी लोड़ नहीं है जी। ते डे टू डे कमेंटरी करनगे जां बॉल टू बॉल कमेंटरी करनगे ते इन्हां लई बहुत समस्या खड़ियां होणगीਆਂ। इन्हां नूं साइलेंटली काम करना चाहिदा। हाँ, ये प्रैस रिलीज़ एक स्टेट का कोई अधिकारी होवे या पार्टी का कोई अधिकारी होवे वो उन्होंने रिलीज कर दे, चाहे हफ्ते बाद कर दे, चाहे 5 दिन बाद कर दे, या डेली दूसरे तीसरे दिन शाम को 5 मिनट वास्ते इस कोई भी मुद्दा लैके, जरूरी नहीं रोज जमीन का मुद्दा ही होना वा, लॉ एंड ऑर्डर का मुद्दा भी हो सकता वा, करप्शन नाल रिलेटेड भी मुद्दा हो सकता वा, या एम्पलॉयमेंट नाल रिलेटेड भी मुद्दा हो सकता, या एजुकेशन ना हो सकता वा, हेल्थ ना हो सकता। इंस्टैड ऑफ के इत्थे चढ़ के कारां ਦੀਆਂ ਗੱਡੀਆਂ ਜਿਹੜੀਆਂ ਗੱਡੀਆਂ ਦੀਆਂ ਛੱਤਾਂ ਤੇ ਬੈਠ ਕੇ ਤੇ ਜਾਂ ਉੱਥੇ ਜਿਹੜਾ ਹੈਗਾ ਸੀ ਪਿੰਡਾਂ ਦੇ ਵਿੱਚ ਬੈਠ ਕੇ ਪ੍ਰੈਸ ਕਾਨਫਰੰਸ, ਇਦਾਂ ਦਾ ਜਿਹੜਾ ਪਪੂਲਿਜ਼ਮ ਦੀ ਥਾਂ ਦੇ ਉੱਤੇ ਕੋਈ ਪ੍ਰੋਪਰ ਜਿਹੜਾ ਹੈਗਾ ਇੱਕ ਤਰੀਕਾ ਵਰਤ ਕੇ ਲੋਕਾਂ ਨੂੰ ਇਨਫੋਰਮ ਕਰਨ, ਲੋਕਾਂ ਨੂੰ ਇਨਲਾਈਟਨ ਕਰਨ, ਤਾਂ ਕਿ ਇਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਹੈਗੀ ਆ ਜਾਂ ਇਹਨਾਂ ਦੀ ਲੈਜੀਟੀਮੇਸੀ ਜਿਹੜੀ ਆ ਉਹ ਵਧੇ। ਇਹ ਗੱਲ ਠੀਕ ਆ ਕਿ ਇਹਨਾਂ ਨੂੰ ਲੋਕਾਂ ਨੇ ਬਹੁਤ ਵੱਡਾ ਸਾਥ ਇਸ ਕਰਕੇ ਦਿੱਤਾ ਹੈ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਲੋਕੀ ਸਮਝਦੇ ਆ ਕਿ ਜੋ ਲੁੱਟਮਾਰ ਹੈ ਜਾਂ ਜੋ ਤਬਾਹੀ ਜਾਂ ਜੋ ਪੰਜਾਬ ਦਾ ਸੱਤਿਆਨਾਸ਼ ਹੈ ਜਾਂ ਪੰਜਾਬ ਦੀ ਜਵਾਨੀ ਦਾ ਸੱਤਿਆਨਾਸ਼ ਹੈ ਜਾਂ ਪੰਜਾਬ ਦੇ ਵਿੱਚੋਂ ਜੋ ਇਨਵੋਲੰਟਰੀ ਮਾਈਗ੍ਰੇਸ਼ਨ ਹੋ ਰਹੀ ਆ ਉਹਦਾ ਮੋਟੇ ਤੌਰ ਤੇ ਇਹ ਰਾਜਨੀਤੀਵਾਨ ਜਿਹੜੇ ਹੈਗੇ ਆ ਜਾਂ ਇਸ ਕਿਸਮ ਦਾ ਜਿਹੜੀ ਅਫਸਰਸ਼ਾਹੀ ਆ ਜਾਂ ਜਿਹੜਾ ਵੀ ਸਟੇਕ ਹੋਲਡਰ ਸਿਸਟਮ ਦੇ ਵਿੱਚ ਰਿਹਾ ਵਾ, ਲੋਕਾਂ ਨੂੰ ਛੱਡ ਕੇ, ਆਮ ਲੋਕਾਂ ਨੂੰ ਛੱਡ ਕੇ ਉਹ ਸਾਰੇ ਉਸ ਤਬਾਹੀ ਦੇ ਜਿਹੜੇ ਜ਼ਿੰਮੇਦਾਰ ਹੈਗੇ ਆ। ਤਾਂ ਸਰਕਾਰ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਸਾਧਨਾਂ ਨੂੰ ਅਪਲਾਈ ਕਰਕੇ, ਇਹਨਾਂ ਕੋਲ ਬਹੁਤ ਪੁਰਾਣੇ ਮਾਲ ਅਫਸਰ ਹੋ ਸਕਦੇ, ਚੰਗੇ ਬੰਦੇ ਜਿਹੜੇ ਆ, ਬਹੁਤ ਪੰਜਾਬ ਦੇ ਜਿਹੜੇ ਹੈਗੇ ਉਹ ਬਿਊਰੋਕਰੇਟ ਹੋ ਸਕਦੇ ਆ ਜਾਂ ਹੋਰ ਲੋਕ ਹੋ ਸਕਦੇ ਆ ਜਿਹੜੇ ਇਹਨਾਂ ਨੂੰ ਇਸ ਮਾਮਲੇ ਤੇ ਗਾਈਡ ਕਰ ਸਕਦੇ ਆ। ਸਿਰਫ ਇਹਨਾਂ ਨੂੰ ਇਹੀ ਚਾਹੀਦਾ ਕਿ ਸਿਰਫ ਗਾਈਡੈਂਸ ਜਿਹੜੀ ਆ ਨਾ ਉਹ ਉਤਲੀ ਸੂਈ ਤੋਂ ਨਾ ਚੱਲੇ। ਉਹਨਾਂ ਨੂੰ ਕੁਝ ਨਹੀਂ ਪਤਾ ਪੰਜਾਬ ਦਾ, ਬਹੁਤਿਆਂ ਨੂੰ ਜਿਹੜੇ ਖਾਸ ਕਰਕੇ ਇਹਨਾਂ ਦੇ ਆਲੇ ਦੁਆਲੇ ਫਿਰਦੇ ਹੈਗੇ ਆ ਉਹ ਤਾਂ ਠੀਕ ਆ ਵੀ ਸਰਵੇ ਕਰ ਲਿਆ, ਵੇਖ ਲਿਆ ਇੱਥੇ ਮਾਈਨ ਜ਼ਿਆਦਾ ਨਿਕਲ ਗਈ ਆ, ਜੰਗਲਾਤ ਦੀ ਜ਼ਮੀਨ ਹੈਗੀ ਆ, ਇੱਥੇ ਕਬਜ਼ਾ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਪੰਜਾਬ ਦੀ ਸਮੱਸਿਆ ਕ੍ਰੋਨਿਕ ਹੈ, ਪੰਜਾਬ ਦੀ ਸਮੱਸਿਆ ਢਾਂਚਾਗਤ ਹੈ, ਪੰਜਾਬ ਦੀਆਂ ਸਮੱਸਿਆ ਜਿਹੜੀਆਂ ਹੈਗੀਆਂ ਉਹ ਡੀਪ ਰੂਟਡ ਹੈ। ਉਹਨੂੰ ਹੱਲ ਕਰਨ ਵਾਸਤੇ ਬਹੁਤ ਹੌਸਲੇ ਦੀ, ਤਹੱਮਲ ਦੀ, ਨੌਲੇਜ ਦੀ, ਆਰਗੂਮੈਂਟ ਦੀ, ਫੈਕਟ ਦੀ ਤੇ ਇੱਕ ਟੀਮ ਵਰਕ ਦੀ ਜਿਹੜੀ ਹੈਗੀ ਆ ਉਹ ਲੋੜ ਹੈਗੀ ਆ। ਇਹ ਨਹੀਂ ਕੱਲਾ ਮੰਤਰੀ ਆਪੋ ਆਪਣੇ ਮਹਿਕਮੇ ਨੂੰ ਲੈ ਕੇ ਜਿਹੜਾ ਆਪਣੀਆਂ ਟੱਲੀਆਂ ਵਜਾਉਂਦਾ ਫਿਰੇ, ਫਿਰ ਉਹਦੇ ਨਾਲ ਅਲਟੀਮੇਟਲੀ ਇਹ ਹੋਊਗਾ ਕਿ ਉਹਨਾਂ ਦੀ ਮਸ਼ਹੂਰੀਤ ਹੋ ਜੂਗੀ। ਪਹਿਲੀਆਂ ਸਰਕਾਰਾਂ 'ਚ ਵੀ ਹੁੰਦੀ ਰਹੀ ਤੇ ਆਪਾਂ ਦੇਖ ਕੀ ਹਾਲ ਹੋਇਆ ਜੀ। ਮੈਨੂੰ ਤਾਂ ਲੱਗਦਾ ਵੀ ਇਹਨੂੰ ਥੋੜਾ ਇਸ ਤਰੀਕੇ ਨਾਲ ਵੇਖਣ ਦੀ ਲੋੜ ਹੈ। ਜੀ ਬਿਲਕੁਲ ਬਿਲਕੁਲ ਸਰ, ਬਿਲਕੁਲ। ਸੋ ਆਪਾਂ ਕਹਿ ਸਕੀਏ ਜੇ ਰੋਕ ਲੱਗੀ ਹਾਈ ਕੋਰਟ ਦੀ ਕੁਝ ਦਿਨਾਂ ਦੀ ਹੋ ਸਕਦੀ ਹੈ, ਕਿਉਂਕਿ ਇੱਕ ਪ੍ਰੋਸੈਸ ਦੇ ਅਕੋਰਡਿੰਗ ਇਹ ਫਿਰ ਤੋਂ ਸ਼ਾਮ ਨਾਲ ਐਕਵਾਇਰ ਕਰਨੀ ਸ਼ੁਰੂ ਕਰ ਦੇਗੀ, ਜਿਵੇਂ ਤੁਸੀਂ ਨੇ ਐਨਾਲਿਸਿਸ ਕੀਤਾ ਵੀ ਆਖਰ ਕਾਰਨ ਕੀ ਬਣੇ ਸੀਗੇ। ਦੂਸਰੇ ਪਾਸੇ ਆਪਾਂ ਇਲੈਕਸ਼ਨ, ਬਾਈ ਇਲੈਕਸ਼ਨ ਦੀ ਗੱਲ ਕਰੀਏ, ਸੰਗਰੂਰ ਦੀ ਗੱਲ ਕਰੀਏ, ਤਾਂ ਉਸ ਦੇ ਆਧਾਰ ਦੇ ਉੱਪਰ ਰਾਜਨੀਤੀ ਪੂਰੇ ਚਰਮ ਦੇ ਉੱਪਰ ਹੈ, ਗਰਮਾਹਟ ਪੂਰੇ ਚਰਮ ਦੇ ਉੱਪਰ ਹੈ, ਰੋਪ ਪ੍ਰਤੀਰੋਪ ਲੱਗ ਰਹੇ ਨੇ। ਤੇ ਦੂਸਰੇ ਪਾਸੇ ਗੱਲ ਕਰੀਏ ਆਪਾਂ ਕਾਂਗਰਸ ਦੇ ਵੱਲੋਂ, ਸੁਖਪਾਲ ਖਹਿਰਾ ਜੀ ਉਹਨਾਂ ਨੇ ਆਰੋਪ ਲਗਾਏ ਨੇ ਹੁਣ ਅਰਵਿੰਦ ਕੇਜਰੀਵਾਲ ਦੇ ਉੱਪਰ, ਕਿਉਂਕਿ ਅੱਜ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਨੇ ਤੇ ਸੰਗਰੂਰ ਤੋਂ ਬਰਨਾਲੇ ਤੱਕ ਦਾ ਰੋਡ ਸ਼ੋਅ ਵੀ ਉਹਨਾਂ ਨੇ ਅੱਜ ਸ਼ਾਮੀ ਕਰਨਾਗਾ। ਆਰੋਪ ਲੱਗੇ ਨੇ ਦੋਹਰੇ ਮਾਪਦੰਡ ਨੂੰ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਵਿਜੇ ਸਿੰਗਲਾ ਜਿਨ੍ਹਾਂ ਦੇ ਉੱਪਰ ਕਿ ਵਿਜੇ ਸਿੰਗਲਾ ਜੀ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਤੇ ਨਾਲ ਅਰੈਸਟ ਤੋਂ ਪਹਿਲਾਂ ਹੀ ਬਰਖਾਸਤ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਅਰੈਸਟ ਹੋਏ ਸੀਗੇ। ਮਾਮਲੇ ਨੂੰ ਪੂਰਨ ਜਨਤਕ ਵੀ ਨਹੀਂ ਕੀਤਾ ਗਿਆ ਅਜੇ ਤੱਕ। ਦੂਸਰੇ ਪਾਸੇ ਦਿੱਲੀ ਦੇ ਸਤਿੰਦਰ ਜੈਨ ਦੀ ਗੱਲ ਕਰ ਰਹੇ ਨੇ ਤੇ ਉੱਥੇ ਉਹਨਾਂ ਨੇ ਕਿਹਾ ਵੀ ਉਹ ਜੇਲ੍ਹ ਦੇ ਵਿੱਚ ਬੈਠੇ ਨੇ, ਈਡੀ ਦਾ ਸਕੰਜਾ ਕੱਸਿਆ ਹੋਇਆ ਹੈਗਾ, ਬਰਾਮਦਗੀ ਵੀ ਹੋਈ ਆ 16 ਜਾਲੀ
ਜੋ ਕੰਪਨੀਆਂ ਦੀ ਗੱਲ ਆ ਉਹਨਾਂ ਦੇ ਰਸੀਦਾਂ ਮਿਲੀਆਂ ਨੇ, ਤਕਰੀਬਨ ਪੌਣੇ 3 ਕਰੋੜ ਰੁਪਈਆ ਨਗਦ ਮਿਲਿਆ, ਸੋਨੇ ਦੀ ਵੀ ਗੱਲ ਹੋਈ। ਲੇਕਿਨ ਬਾਵਜੂਦ ਇਸ ਦੇ 2-3 ਵਾਰ ਰੇਡ ਹੋ ਚੁੱਕੀ ਹੈ, ਉਹਨਾਂ ਦੇ ਸਾਥੀਆਂ ਦੀ ਵੀ ਰੇਡ ਹੋਈ ਹੈ, ਬਾਵਜੂਦ ਇਸ ਦੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਅਰਵਿੰਦ ਕੇਜਰੀਵਾਲ ਵੱਲੋਂ। ਭਾਵ ਕਿ ਉਹ ਜੇਲ੍ਹ ਦੇ ਵਿੱਚ ਬੈਠ ਕੇ ਵੀ ਅੱਜ ਮੰਤਰੀ ਨੇ, ਲੇਕਿਨ ਦੂਸਰੇ ਪਾਸੇ ਪੰਜਾਬ ਦੇ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਹੀ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਆਖਰ ਇੱਕ ਪਾਰਟੀ ਦੇ ਵਿੱਚ ਇਹ ਦੋਹਰਾ ਮਾਪਦੰਡ ਕਿਉਂ? ਖਹਿਰਾ ਸਾਹਿਬ ਕੇਜਰੀਵਾਲ ਦੇ ਪੁਰਾਣੇ ਸਾਥੀ ਹੈਗੇ ਆ। ਕੇਜਰੀਵਾਲ ਸਾਹਿਬ ਨੇ ਇਹਨਾਂ ਨੂੰ ਲੀਡਰ ਆਫ ਦਾ ਆਪੋਜੀਸ਼ਨ ਬਣਾਇਆ ਸੀਗਾ। ਇਹ ਉਹਨਾਂ ਬਾਰੇ ਉਹਨਾਂ ਦੇ ਜਿਹੜਾ ਹੈਗਾ ਆਪਣਾ ਚਾਲ ਚੱਲਣ ਬਾਰੇ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਆ। ਮੈਂ ਤਾਂ ਮੇਰਾ ਬਹੁਤ ਥੋੜਾ ਜਿਹਾ ਵਾਹ ਪਿਆ ਹੈ ਕਿ ਸ਼ੁਰੂ ਦੇ ਮੈਂ, ਕਿਉਂਕਿ ਬਹੁਤਾ ਉਹਨਾਂ ਬਾਰੇ ਨਹੀਂ ਕਹਿ ਸਕਦਾ ਜੀ। ਦੂਸਰੀ ਗੱਲ ਇਹ ਹੈਗੀ, ਤੁਹਾਡੀ ਗੱਲ ਠੀਕ ਆ, ਇਹਨਾਂ ਦਾ ਖਹਿਰਾ ਸਾਹਿਬ ਦਾ ਇਹ ਜਿਹੜਾ ਮੈਨੂੰ ਲੱਗਦਾ ਵੀ ਸਾਨੂੰ ਕੇਜਰੀਵਾਲ ਸੈਂਟਰਿਕ, ਮੈਨੂੰ ਲੱਗਦਾ ਕਿ ਖਹਿਰਾ ਸਾਹਿਬ ਬਹੁਤ ਇੱਜ਼ਤ ਕਰਦਾ ਮੈਂ। ਮੈਨੂੰ ਬਹੁਤ ਆਸ ਹੈਗੀ ਆ ਕਿ ਇਹੋ ਜਿਹੇ ਜਿਹੜੇ ਲੀਡਰ ਹੈਗੇ ਆ, ਡਾਇਨਾਮਿਕ ਲੀਡਰ ਪੰਜਾਬ ਨੂੰ ਚਾਹੀਦੇ ਆ। ਪਰ ਉਹਨਾਂ ਦੀ ਅਨਫੋਰਚੂਨੇਟ ਹੈਗਾ ਵਾ ਵੀ ਉਹ ਕਦੀ ਉਹਨਾਂ ਨੂੰ ਪਾਰਟੀ ਬਦਲਣੀ ਪੈਂਦੀ ਆ, ਕਦੀ ਉਹਨਾਂ ਨੂੰ ਜਿਹੜਾ ਹੈਗਾ ਸਟੈਂਡ ਵੀ ਬਦਲਣਾ ਪੈਂਦਾ ਆਪਣਾ। ਉਹ ਸਾਨੂੰ ਜ਼ਿਆਦਾ ਫੋਕਸ ਜਿਹੜਾ ਹੈਗਾ ਉਹ ਮਤਲਬ ਖਾਨ ਖਸਮਾਂ ਨੂੰ, ਸਾਨੂੰ ਤਾਂ ਭਗਵੰਤ ਮਾਨ ਦੇ ਉੱਤੇ ਜਿਹੜਾ ਨਾ ਫੋਕਸ ਦੇਣਾ ਚਾਹੀਦਾ ਜੀ। ਤੇ ਭਗਵੰਤ ਮਾਨ ਕੀ ਕਰ ਰਿਹਾ ਜੀ, ਦੋਵਾਂ 'ਚ ਕੋਈ ਕੰਪੈਰੀਜ਼ਨ ਕਰੀ ਚਲੋ ਤੁਸੀਂ, ਕਿਉਂਕਿ ਕੇਜਰੀਵਾਲ ਸਾਨੂੰ ਕਾਊਂਟੇਬਲ ਨਹੀਂ ਹੈ, ਸਾਨੂੰ ਕਾਊਂਟੇਬਲ ਭਗਵੰਤ ਮਾਨ ਹੈਗਾ ਵਾ। ਕੇਜਰੀਵਾਲ ਨੇ ਆਪਣੀ ਰਾਜਨੀਤੀ ਕਰਨੀ ਆ। ਔਰ ਇਹ ਗੱਲ ਜ਼ਰੂਰ ਹੈਗੀ ਆ ਕਿ ਕੇਜਰੀਵਾਲ ਸਾਹਿਬ ਜਿਹੜਾ ਹੈਗਾ ਵਾ, ਤੁਸੀਂ ਹੁਣ ਦੇਖੋਗੇ ਕਿ ਉਹਨਾਂ ਪ੍ਰਤੀ ਵੀ ਲੋਕਾਂ ਦਾ ਜਿਹੜਾ ਵਿਚਾਰ ਸੀਗਾ ਕਾਫੀ ਹੱਦ ਤੱਕ ਜਿਹੜਾ ਉਹ ਨਹੀਂ ਹੋਊਗਾ ਜਿਹੜਾ ਇਲੈਕਸ਼ਨਾਂ ਤੋਂ ਪਹਿਲਾਂ ਹੁੰਦਾ ਸੀਗਾ, ਕਿਉਂਕਿ ਸਭ ਨੂੰ ਸਮਝ ਹੌਲੀ ਹੌਲੀ ਆਈ ਜਾਂਦੀ ਹੈ। ਸਭ ਜੋ ਇਲਜ਼ਾਮ ਲੱਗੇ ਨੇ ਕਾਂਗਰਸ ਵੱਲੋਂ, ਜਾਂ ਫਿਰ ਆਪਾਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰੀਏ, ਸੱਚਾਈ ਤਾਂ ਨਜ਼ਰ ਆ ਰਹੀ ਹੈ। ਜਿਵੇਂ ਉਹ ਤੱਥਾਂ ਦੀ ਗੱਲ ਕਰ ਰਹੇ ਨੇਗੇ ਵੀ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ, ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ, ਉਹ ਵੀ ਸਿਹਤ ਮੰਤਰੀ ਨੇ ਤੇ ਵਿਜੇ ਸਿੰਗਲਾ ਵੀ ਸਿਹਤ ਮੰਤਰੀ ਸੀ। ਇਹਨਾਂ ਉੱਪਰ ਕਾਰਵਾਈ ਹੋਣ ਤੋਂ ਪਹਿਲਾਂ ਹੀ ਇਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਂਦਾਗਾ, ਉਸ ਤੋਂ ਬਾਅਦ ਜੇਲ੍ਹ ਭੇਜਿਆ ਜਾਂਦਾ। ਉੱਥੇ ਜੇਲ੍ਹ ਜਾਣ ਤੋਂ ਬਾਅਦ ਵੀ ਅਜੇ ਤੱਕ ਉਹ ਮੰਤਰੀ ਬਣੇ ਹੋਏ ਨੇ। ਆਖਰ ਇਹ ਪਾਰਸ਼ੈਲਿਟੀ ਕਿਉਂ? ਭਾਈ ਦੇਖੋ, ਮੈਂ ਨਾ ਤੇ ਇਹਨਾਂ ਦੀ ਪਾਰਟੀ ਦਾ ਸਪੋਕਸਪਰਸਨ ਆ, ਨਾ ਮੈਂ ਕਾਂਗਰਸ ਦਾ ਪੱਖ ਪੂੰਡ ਰਿਹਾ ਜੀ। ਇਹ ਸਵਾਲ ਤਾਂ ਵੈਸੇ ਉਹਨਾਂ ਨੂੰ ਪੁੱਛਣਾ ਬਣਦਾ ਜੀ, ਇਹ ਡਬਲ ਸਟੈਂਡਰਡ ਕਿਉਂ ਹੈਗਾ ਜੀ ਜੀ, ਇਹ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਜੀ। ਆਮ ਆਦਮੀ ਪਾਰਟੀ ਦੁੱਧ ਦੀ ਧੋਤੀ ਪਾਰਟੀ ਨਹੀਂ ਹੈ। ਆਮ ਆਦਮੀ ਪਾਰਟੀ ਵੀ ਥੋੜਾ ਛੱਡ ਕੇ ਰਵਾਇਤੀ ਪਾਰਟੀਆਂ ਵਰਗੀ ਹੈ ਜੀ। ਜਿਸ ਤਰੀਕੇ ਦੇ ਨਾਲ ਇਹਨੇ ਰਾਜ ਸਭਾ ਦੇ ਵਿੱਚ ਦਿੱਲੀ ਤੋਂ ਜਾਂ ਪੰਜਾਬ ਦੇ ਵਿੱਚੋਂ ਜੋ ਇਹਦਾ ਵਰਤਾਰਾ ਰਿਹਾ ਹੈ, ਜਾਂ ਪੰਜਾਬ ਦੀਆਂ ਇਲੈਕਸ਼ਨ ਦੇ ਵਿੱਚ ਵੀ 17 ਦੇ ਵਿੱਚ ਵੀ 2022 ਦੇ ਵਿੱਚ ਵੀ, ਇਹ ਕਿਸ ਤਰੀਕੇ ਨਾਲ ਅਸੀਂ ਇਹਨਾਂ ਤੋਂ ਆਸ ਰੱਖ ਸਕਦੇ ਹਾਂ, ਜਾਂ ਖਹਿਰਾ ਸਾਹਿਬ ਆਸ ਰੱਖ ਸਕਦੇ ਆ ਵੀ ਇਹ ਠੀਕ ਹੈ, ਰੌਲਾ ਜ਼ਰੂਰ ਪਾਉਂਦੇ ਆ, ਸਾਰੀਆਂ ਪਾਰਟੀਆਂ ਪਾਉਂਦੇ ਆ। ਬੀਜੇਪੀ ਕਹਿੰਦੇ ਸਾਡੇ ਤੋਂ ਬਾਅਦ ਵੱਖਰਾ ਕੋਈ ਨਹੀਂ ਹੈ, ਅਸੀਂ ਬਿਲਕੁਲ ਵੱਖਰੇ ਹੈਗੇ ਆ। ਅਕਾਲੀ ਦਲ ਵੀ ਇਹ ਕਹਿੰਦਾ ਸੀਗਾ, ਕਾਂਗਰਸ ਵੀ ਕਦੀ ਕਹਿੰਦੀ ਹੁੰਦੀ ਸੀ ਵੀ ਲੋਕਾਂ ਦਾ ਜਿਹੜਾ ਆਮ ਜਨਤਾ ਦਾ ਹਾਥ ਜਿਹੜਾ ਕਾਂਗਰਸ ਕੇ ਸਾਥ ਵਾਲੀ ਗੱਲ ਹੈਗੀ ਆ। ਕਹਿਣਾ ਤੇ ਕਰਨੀ ਦੇ ਵਿੱਚ ਫਰਕ ਹੈਗਾ। ਤੇ ਜੇ ਆਪਾਂ ਇਹ ਮੰਨ ਕੇ ਚੱਲਦੇ ਆ ਵੀ ਆਮ ਆਦਮੀ ਪਾਰਟੀ ਬਹੁਤ ਦੁੱਧ ਧੋਤੀ ਆ, ਜਾਂ ਕੇਜਰੀਵਾਲ ਬਹੁਤ ਭੋਲਾ ਭਾਲਾ ਜਿਹਦਾ ਆਪਣੇ ਆਪ ਨੂੰ ਦੱਸਦਾ ਕਿ ਮੈਂ ਪੋਲੀਟੀਸ਼ੀਅਨ ਨਹੀਂ ਹੈ, ਜਾਂ ਮੈਂ ਜਿਹੜਾ ਹੈਗਾ ਮੈਂ ਤਾਂ ਬਹੁਤ ਸਧਾਰਨ ਆਦਮੀ ਹੈਗਾ ਵਾਂ, ਠੀਕ ਆ ਜੀ, ਉਹਨਾਂ ਦੀ ਇਸ ਤਰੀਕੇ ਦੇ ਨਾਲ ਚੱਲਦੀ ਆ। ਅਜੇ ਲੋਕੀ ਉਹਨਾਂ ਤੇ ਥੋੜਾ ਬਹੁਤਾ ਵਿਸ਼ਵਾਸ ਕਰਦੇ, ਪੰਜਾਬ ਦੇ ਲੋਕ, ਮੈਂ ਕਹਿੰਦਾ ਹੋਰਨਾਂ ਦਾ ਮੈਨੂੰ ਆਸ ਨਹੀਂ ਹੈਗੀ ਕਿ ਉਹਨਾਂ ਤੇ ਇਸ ਕਿਸਮ ਦਾ ਵਿਸ਼ਵਾਸ ਕਰਨਗੇ। ਤਾਂ ਇਸ ਕਰਕੇ ਉਹ ਕੀ ਕਰਦਾ ਹੈ ਕੀ ਨਹੀਂ ਕਰਦਾ, ਈਡੀ ਦੇ ਵਿੱਚ ਉਹਨੂੰ ਫੜਿਆ ਗਿਆ ਵਾ। ਖਹਿਰਾ ਸਾਹਿਬ ਵੀ ਕਿੰਨਾ ਚਿਰ ਈਡੀ ਦੇ ਵਿੱਚ ਰਹੇ, ਪਰ ਅਲਟੀਮੇਟਲੀ ਸਾਡਾ ਉਦੋਂ ਸਟੈਂਡ ਸੀਗਾ ਵੀ ਤੁਸੀਂ ਖਹਿਰਾ ਸਾਹਿਬ ਦੇ ਖਿਲਾਫ ਵੀ ਲੋਕੀ ਬਹੁਤ ਬੋਲਦੇ ਸੀ, ਪਰ ਅਸੀਂ ਕਹਿੰਦੇ ਸੀ ਵੀ ਜਿੰਨਾ ਚਿਰ ਉਹ ਬੰਦਾ ਉਹ ਪੋਲੀਟੀਕਲ ਹੋ ਸਕਦਾ, ਕਿ ਪੋਲੀਟੀਕਲ ਤੌਰ ਤੇ ਫੜੇ ਗਏ। ਆਮ ਆਦਮੀ ਪਾਰਟੀ ਸਤਿੰਦਰ ਜੈਨ ਦੇ ਕੇਸ ਦੇ ਵਿੱਚ ਵੀ ਇਹੀ ਗੱਲ ਕਹਿ ਰਹੀ ਆ, ਹਾਂ ਠੀਕ ਆ, ਕੋਈ ਉਹਨਾਂ ਦੇ ਇਸ਼ੂ ਆਉਂਦੇ ਆ, ਉਹਨਾਂ ਨੂੰ ਹੋਣਾ ਚਾਹੀਦਾ ਜੀ। ਜਦੋਂ ਤੱਕ ਤੁਹਾਡਾ ਹੈਗਾ ਕਿ ਦੋਹਰੇ ਖਿਆਲਾਂ ਦਾ ਜਿਹੜਾ ਦੋਹਰੇ ਮਾਪਦੰਡਾਂ ਦੀ ਗੱਲ ਹੈਗੀ ਆ, ਮੈਨੂੰ ਜਾਪਦਾ ਕਿ ਦਿੱਲੀ ਤੇ ਪੰਜਾਬ ਕੰਪੇਰੇਬਲ ਨਹੀਂ ਹੈਗਾ। ਜੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਉਹਦੇ ਖਿਲਾਫ ਐਕਸ਼ਨ ਲਿਆ ਹੈ, ਚਾਹੇ ਉਹ ਜਿੱਦਾਂ ਕਿਤੇ ਵੀਡੀਓ ਵੀ ਸੀਗੀ, ਉਹਨਾਂ ਕੋਲ ਮੰਨਿਆ ਵੀ ਸੀਗਾ, ਇਹ ਚੰਗੀ ਗੱਲ ਹੈਗੀ ਆ। ਉਹ ਦਿੱਲੀ 'ਚ ਆਪਣਾ ਜੋ ਮਰਜ਼ੀ ਕਰੀ ਜਾਵੇ, ਉਹ ਦਿੱਲੀ ਦੇ ਲੋਕਾਂ ਨੂੰ ਜ਼ਿੰਮੇਵਾਰ ਹੈਗਾ। ਸਾਨੂੰ ਇਹ ਠੀਕ ਆ ਕਿ ਅਸੀਂ ਉਹਦਾ ਪ੍ਰਦੇਸ਼ ਦਾ ਅਸਰ ਨਹੀਂ ਹੋਊਗਾ। ਜਿਹੜਾ ਖਹਿਰਾ ਸਾਹਿਬ ਨੇ ਗੱਲ ਕਹੀ ਆ, ਕੱਲ ਨੂੰ ਸਾਨੂੰ ਕੇਜਰੀਵਾਲ ਇੱਥੇ ਕਹੂਗਾ ਜਿੱਦਾਂ ਪਹਿਲੇ ਸਮੇਂ 'ਚ ਕੇਜਰੀਵਾਲ ਦਾ ਅਸਰ ਹੁੰਦਾ ਸੀਗਾ, ਉਹਦਾ ਅਸਰ ਨਹੀਂ ਹੋਊਗਾ ਜੀ। ਪੋਲੀਟੀਕਲ ਪਾਰਟੀ ਵਾਸਤੇ, ਪੋਲੀਟੀਕਲ ਲੀਡਰ ਵਾਸਤੇ ਜਿਹੜੀ ਉਹਦੀ ਕਹਿੰਦੇ ਨਾ ਪੋਲੀਟੀਕਲ ਜਿਹੜੀ ਉਹਦੀ ਰਾਜਨੀਤਿਕ ਤੌਰ ਤੇ ਜਿਹੜਾ ਉਹਦੀ ਆਪਾਂ ਬਹੁਤ ਜਿਹੜਾ ਹੈਗਾ ਆਮ ਤੌਰ ਤੇ ਕਰੂਡ ਜੋ ਰਾਜਨੀਤਿਕ ਮੌਤ ਜਿਹੜੀ ਹੁੰਦੀ ਆ, ਉਹ ਜਦੋਂ ਉਹਦੀ ਕ੍ਰੈਡੀਬਿਲਿਟੀ ਲੂਜ਼ ਕਰ ਜਾਂਦਾ ਹੈ ਜੀ, ਜਦੋਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਂਦਾ। ਲੋਕ ਬਹੁਤ ਹੀ ਉਸ ਤਰੀਕੇ ਦੇ ਨਾਲ ਪੁਆਇੰਟ ਟੂ ਪੁਆਇੰਟ ਐਨਾਲਿਸਿਸ ਕਰਦੇ ਵੀ ਬੰਦਾ ਕਹਿੰਦਾ ਕੀ ਆ ਤੇ ਕਰਦਾ ਕੀ ਹੈਗਾ
ਜੀ ਤੋ ਇਸ ਕਰਕੇ ਉਹ ਸਤਿੰਦਰ ਜੈਨ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਦਿੱਲੀ ਵਾਲਿਆਂ ਪ੍ਰਤੀ ਛੱਡ ਦਈਏ, ਜੀ ਆਪਾਂ ਪੰਜਾਬ ਤੇ ਫੋਕਸ ਰੱਖੀਏ, ਪੰਜਾਬ ਦੇ ਮਸਲਿਆਂ ਉੱਤੇ ਕਰੀਏ, ਭਗਵੰਤ ਮਾਨ ਤੇ ਫੋਕਸ ਰੱਖੀਏ। ਜੀ ਇਹ ਸਰਕਾਰ ਦੀਆਂ ਜਿਹੜੀਆਂ ਖਾਸ ਕਰਕੇ ਜਿੱਥੇ ਗਲਤੀਆਂ ਕਰਦੀ ਆ ਉਹਨੂੰ ਪੁਆਇੰਟ ਆਊਟ ਕਰੀਏ। ਜੀ ਇਹਦੇ ਵਿੱਚ ਵੀ ਇਸ ਕਿਸਮ ਦੇ ਬਹੁਤ ਐਮਐਲਏ ਹੈਗੇ ਆ, ਚੱਲ ਪਿਆ ਕੰਮ ਹੌਲੀ ਹੌਲੀ ਇੱਥੇ। ਜੀ 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 ਇਹਨਾਂ ਦੇ ਵਿੱਚ ਵੀ ਥੋੜਾ ਬਹੁਤਾ ਜਿਹੜਾ ਨਾ ਸ਼ੁਰੂ ਹੋ ਗਿਆ ਕੰਮ, ਕਿਉਂਕਿ ਆਏ ਤਾਂ ਉਹਨਾਂ ਪਾਰਟੀਆਂ ਤੋਂ ਨਾ, ਕੋਈ ਤਾਂ ਖਹਿਰਾ ਸਾਹਿਬ ਦੀ ਪਾਰਟੀ ਚੋਂ ਆਏ ਤੀਸਰਾ ਹਿੱਸਾ, ਕੁਝ ਅਕਾਲੀ ਦਲ ਵਾਲੇ ਪਾਸੇ ਤੋਂ ਆਏ ਆ, ਕੁਝ ਆਰਐਸਐਸ ਬੀਜੇਪੀ ਵਾਲੇ ਪਾਸੇ ਤੋਂ ਆਏ ਆ। ਸਰ ਠੀਕ ਆ ਕੰਮ। ਸੇਖੋ ਸਰ, ਭਗਵੰਤ ਮਾਨ ਜੀ ਵੀ ਉੱਥੇ ਲੀਹਾਂ ਦੇ ਉੱਪਰ ਚੱਲਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਤਕਰੀਬਨ 1 ਮਹੀਨਾ ਪਹਿਲਾਂ ਇੱਕ ਬੈਂਕ ਫਰਾਡ ਦੇ ਮਾਮਲੇ ਦੇ ਵਿੱਚ ਵੀ ਮਾਮਲਾ ਦਰਜ ਹੋਇਆ ਸੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਉੱਪਰ, ਲੇਕਿਨ ਉਸ ਦੇ ਉੱਪਰ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ। ਨਹੀਂ ਪੁੱਛਾਂਗੇ ਉਹਨੂੰ ਕਿਉਂ ਨਹੀਂ ਹੋਈ, ਤੇ ਸਾਹਮਣੇ ਆ ਨਾ ਜੀ ਆਉਣਾ ਹੀ ਆ। ਵੋਟਾਂ ਕਿਹੜਾ ਕੁੰਭ ਦਾ ਮੇਲਾ ਵਾ, ਹਰ 5 ਸਾਲਾਂ 'ਚ 3 ਵਾਰੀ ਵੋਟਾਂ ਪੈਂਦੀਆਂ। ਹੁਣ ਅਸੈਂਬਲੀ ਦੀਆਂ ਹੋਈਆਂ, ਥੋੜੇ ਸਮੇਂ ਨੂੰ ਮੇਰੇ ਖਿਆਲ ਪੰਚਾਇਤਾਂ ਦੀਆਂ, ਕਾਰਪੋਰੇਸ਼ਨ ਦੀਆਂ ਆ ਜਾਣੀਆਂ ਵਾ, 2 ਸਾਲਾਂ ਨੂੰ ਜਿਹੜੀਆਂ ਤੁਹਾਡੀਆਂ ਆਪਣੀਆਂ ਆ ਜਾਣੀਆਂ, ਪਾਰਲੀਮੈਂਟ ਦੀਆਂ ਆ ਜਾਣੀਆਂ। ਜੀ ਇਹ ਤਾਂ ਸਵਾਲ ਬਣ ਗਏ ਨਾ, ਸਵਾਲ ਪੁੱਛਾਂਗੇ ਆਪਾਂ ਇਹਨਾਂ ਨੂੰ ਜੇ ਉਹਨਾਂ ਨੇ ਨਹੀਂ ਕੀਤਾ। ਜੀ ਇਹ ਵੀ ਬਿਲਕੁਲ ਠੀਕ ਆ ਕਿ ਉਹਦਾ ਇੱਕ ਬੰਦਾ ਉਹਨੂੰ ਸਜ਼ਾ ਵੀ ਹੋਈ ਸੀ 3 ਸਾਲ ਦੀ, ਸ਼ਨ ਪਟਿਆਲੇ ਦਾ ਸੀਗਾ। ਜੀ ਐਸ ਪਰ ਲਾਅ ਜਿਹੜਾ ਹੈਗਾ ਵਾ ਤੁਸੀਂ ਅਪੀਲ ਕਰ ਲੈਂਦੇ, ਕਾਨੂੰਨ ਉਸ ਕਿਸਮ ਦਾ। ਜੀ ਅਸਲ ਦੇ ਵਿੱਚ ਸਾਡੇ ਕਾਨੂੰਨ ਬਣਾਉਣ ਵਾਲਿਆਂ ਨੇ ਹੀ ਕਾਨੂੰਨ ਇਦਾਂ ਦੇ ਬਣਾਏ ਆ ਕਿ ਜਿਹੜੇ ਇਹਨਾਂ ਦੀ ਚਮੜੀ ਵੀ ਵੱਜਦੀ ਆ ਔਰ ਜਿਹਦੇ ਨਾਲ ਇਹਨਾਂ ਦੀ ਦਮੜੀ ਵੀ ਵੱਜਦੀ ਆ, ਇਹ ਆਪਣੀ ਜੀ। ਟਰਮ ਵੀ ਪੂਰੀ ਕਰ ਜਾਂਦੇ ਆ। ਉੱਤੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਹੋਰ ਪ੍ਰੋਵੀਜ਼ਨ ਵੀ ਹੈਗੀਆਂ। ਲੰਮਾ ਸਮਾਂ ਜਿਹੜਾ ਹੈਗਾ ਕਾਨੂੰਨ ਨੂੰ ਝਕਾਨੀ ਦੇ ਜਾਂਦੇ ਆ ਔਰ ਉਸ ਤੋਂ ਬਾਅਦ ਜਾ ਕੇ ਜਿਹੜਾ ਹੈਗਾ ਵਾ ਉਹ ਭਾਵੇਂ ਡਿਸਪਿਊਟ ਹੋ ਜਾਂਦੇ ਆ ਪੋਲੀਟੀਕਲ ਸੀਨ ਦੇ ਉੱਤੋਂ। ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਸਾਡਾ ਢਾਂਚਾ ਹੀ ਇਸ ਕਿਸਮ ਦਾ ਹੈ। ਜੀ ਤੋ ਇਹਨਾਂ ਨੂੰ ਸੁਧਾਰਨ ਦੇ ਨਾਲ ਨਾਲ ਇਹ ਵੀ ਪ੍ਰੈਸ਼ਰ ਪਾਉਣ ਦੀ ਲੋੜ ਹੈਗੀ ਆ, ਇਹਨਾਂ ਦੀ ਅਕਾਊਂਟੇਬਿਲਿਟੀ ਫਿਕਸ ਕੀਤੀ ਜਾਵੇ। ਜੀ ਔਰ ਅਕਾਊਂਟੇਬਿਲਿਟੀ ਇਹਨਾਂ ਦੀ ਜਿਹੜੀ ਹੈਗੀ ਆ, ਜੇ ਲੋਕ ਚੇਤਨ ਹੋਣਗੇ, ਜੇ ਲੋਕ ਸਵਾਲ ਉਠਾਉਣਗੇ, ਜੇ ਲੋਕੀ ਉਹਨਾਂ ਦੇ ਉਂਗਲੀ ਉਠਾਉਣਗੇ ਜਿਨ੍ਹਾਂ ਨੇ ਗਲਤ ਕੰਮ ਕੀਤਾ, ਅਨਨੈਸੈਸਰੀ ਉਠਾਉਣ ਦੀ ਲੋੜ ਨਹੀਂ ਹੈਗੀ। ਜਿਹੜੀਆਂ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇੱਕ ਦੂਜੇ ਦੇ ਉੱਤੇ ਬਿਨਾਂ ਕਿਸੇ ਕਾਰਨ ਤੋਂ ਜਾਂ ਐਵੇਂ ਬੇਵਿਆਹ ਜਿਹੜੇ ਕਾਰਨਾਂ ਦੇ ਉੱਤੇ ਉਂਗਲੀ ਉਠਾਉਂਦੇ ਆ, ਲੋਕ ਉਹਨਾਂ ਨੂੰ ਘਾਹ ਨਹੀਂ ਪਾਉਂਦੇ। ਚਾਹੇ ਉਹ ਪ੍ਰੋਟੈਸਟ ਹੋ ਜਾਏ, ਚਾਹੇ ਡੈਮੋਨਸਟ੍ਰੇਸ਼ਨ ਹੋ ਜਾਏ, ਚਾਹੇ ਲਾਲਾ ਲਾਲਾ ਹੋ ਜਾਏ, ਚਾਹੇ ਟਵਿੱਟਰ ਹੋ ਜਾਏ, ਚਾਹੇ ਫੇਸਬੁੱਕ ਹੋ ਜਾਏ, ਚਾਹੇ ਤੁਹਾਡੇ ਸਾਡੇ ਕੋਲ ਕੋਈ ਗੱਲਬਾਤ ਹੀ ਕਰਨ ਡਿਆ, ਲੋਕਾਂ ਦੀ ਸਿਹਤ ਤੇ ਬਹੁਤ ਜ਼ਿਆਦਾ ਅਸਰ ਜਿੰਨਾ ਪਹਿਲਾਂ ਹੁੰਦਾ ਸੀ ਹੁਣ ਉਹ ਨਹੀਂ ਹੁੰਦਾ। ਜੀ ਕਿਉਂਕਿ ਉਹ ਆਪ ਕੀਨ ਵਾਚਰ ਹੌਲੀ ਹੌਲੀ ਬਣਦੇ ਜਾ ਰਹੇ ਆ ਰਾਜਨੀਤੀ ਦੇ। ਔਰ ਇਹ ਸਮਝ ਉਹਨਾਂ ਨੂੰ ਲੱਗਣੀ ਸ਼ੁਰੂ ਹੋ ਗਈ ਆ ਕਿ ਜੇ ਸਾਡਾ ਭਲਾ ਹੋਣਾ ਵਾ ਇਹ ਰਾਜਨੀਤਿਕ ਸਿਸਟਮ ਦੇ ਵਿੱਚ ਹੋਣਾ, ਜੀ ਕਿਸੇ ਹੋਰ ਸਿਸਟਮ 'ਚ ਨਹੀਂ ਹੋਣਾ। ਜੀ ਕਿਸੇ ਧਰਮ ਨੇ, ਕਿਸੇ ਜਾਤੀ ਨੇ ਜਾਂ ਕਿਸੇ ਹੋਰ ਚੀਜ਼ ਨੇ ਸਾਨੂੰ ਕੁਛ ਨਹੀਂ ਦੇਣਾ। ਜੋ ਕੁਝ ਵੀ ਚੀਜ਼ ਸਾਨੂੰ ਮਿਲਣੀ ਹੈ, ਚਾਹੇ ਨੌਕਰੀ ਮਿਲਣੀ ਆ, ਲਾਈਫ ਦੀ ਸਿਕਿਉਰਿਟੀ ਮਿਲਣੀ ਆ, ਜਾਂ ਸਾਡੀ ਪ੍ਰਾਪਰਟੀ ਦੀ ਸੰਭਾਲ ਹੋਣੀ ਆ, ਉਹ ਸਿਸਟਮ ਨੇ ਕਰਨੀ ਹੈ। ਜੀ ਮੈਨੂੰ ਇਹ ਲੱਗਦਾ ਕਿ ਇਹ ਠੀਕ ਗੱਲ ਹੈਗੀ ਆ ਕਿ ਜਦੋਂ ਇਹਦੇ ਸਵਾਲ ਉੱਠਦੇ ਆ, ਲੋਕੀ ਗੱਲਾਂ ਕਰਦੇ ਆ ਤੇ ਇਹ ਗੱਲਾਂ ਚਰਚਾ ਦਾ ਵਿਸ਼ਾ ਬਣਦੀਆਂ ਵਾ। ਜੇ ਉਹਨਾਂ ਦਾ ਰਾਜਨੀਤਿਕ ਪਾਰਟੀਆਂ ਵੱਲੋਂ, ਚਾਹੇ ਰੂਲਿੰਗ ਪਾਰਟੀ ਆ ਚਾਹੇ ਆਪੋਜੀਸ਼ਨ ਪਾਰਟੀ, ਜਵਾਬ ਟਾਈਮ ਸਿਰ ਨਹੀਂ ਦਿੱਤਾ ਜਾਂਦਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਪ੍ਰਤੀ ਜਿਹੜੀ ਹੈਗੀ ਆ ਨਫ਼ਰਤ ਪੈਦਾ ਹੁੰਦੀ ਹੈ। ਜੀ ਜੀ ਔਰ ਰਾਜਨੀਤੀ ਦੇ ਵਿੱਚ ਜਿਸ ਵਿਅਕਤੀ ਪ੍ਰਤੀ, ਜਿਸ ਪਾਰਟੀ ਪ੍ਰਤੀ ਨਫ਼ਰਤ ਪੈਦਾ ਹੋ ਜਾਵੇ ਉਹ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ। ਇਹ ਸਾਨੂੰ 2022 ਦੇ ਇਲੈਕਸ਼ਨ ਲੱਗਿਆ, ਵੱਡੇ ਵੱਡੇ ਜਿਹੜੇ ਬਾਬੇ ਬੋੜ ਸੀਗੇ, ਜਿਹੜੇ ਥੰਮ ਸੀਗੇ, ਲੋਕਾਂ ਨੇ ਵੋਟ ਕਿਉਂ ਨਹੀਂ ਪਾਈ? ਕਿਉਂਕਿ ਨਫ਼ਰਤ ਦੇ ਪਾਤਰ ਬਣ ਗਏ, ਭਾਵੇਂ ਉਹਨਾਂ ਜੋ ਕਿਸੇ ਨੇ ਚੰਗੇ ਕੰਮ ਕੀਤੇ ਵੀ ਹੋਣਗੇ। ਹੁਣ ਇਹ ਨਹੀਂ ਹੁੰਦਾ ਵੀ ਤੁਸੀਂ 99 ਕੰਮ ਕਰਕੇ ਤੇ ਇੱਕ ਕੰਮ ਮਾੜਾ ਕਰੋ ਤਾਂ 99 ਤੁਹਾਡੇ ਜਸਟੀਫਾਈ ਹੋਣਗੇ, ਨਹੀਂ। ਜੇ 99 ਚੰਗੇ ਕੀਤੇ ਹੋਣਗੇ ਤੇ ਇੱਕ ਮਾੜਾ ਹੋਊਗਾ ਤੇ ਤੁਹਾਡੀ ਲੋਕੀ 99 ਦੇ ਉੱਤੇ ਲਕੀਰ ਫੇਰ ਦੇਣਗੇ। ਇਹ ਵੀ ਨਾਲ ਲੋਕੀ ਕਹਿੰਦੇ ਸੁਣਿਆ ਕਿ ਤੁਹਾਡਾ ਇੱਕ ਕੰਮ ਹੈ, ਪੋਲੀਟੀਕਲ ਲੀਡਰਾਂ ਦਾ ਕੰਮ ਹੈ। ਜੇ ਇਹਨਾਂ ਨੇ ਵਾਅਦਾ ਕੀਤਾ ਵਾ, ਆਪਾਂ ਦੇਖਦੇ ਹਾਂ ਪਾਸ ਕਰਦੇ ਕਿ ਨਹੀਂ ਕਰਦੇ, ਫਿਰ ਉਹਨੂੰ ਸਵਾਲ ਪੁੱਛਾਂਗੇ, ਲਿਖਾਂਗੇ ਵੀ। ਬਿਲਕੁਲ 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 ਸਰ, ਲੋਕ ਹੁਣ ਜਾਗਰੂਕ ਹੋ ਗਏ ਨੇ ਤੇ ਭਗਵੰਤ ਮਾਨ ਜੀ ਨੇ, ਆਮ ਆਦਮੀ ਪਾਰਟੀ ਨੇ ਇਹੀ ਗੱਲ ਸਿਖਾਈ ਹੈ ਲੋਕਾਂ ਨੂੰ ਵੀ ਤੁਸੀਂ ਇਹ ਤੁਹਾਡੇ ਚੁਣੇ ਹੋਏ ਨੁਮਾਇੰਦੇ ਨੇ, ਤੁਸੀਂ ਇਹਨਾਂ ਨੂੰ ਸਵਾਲ ਪੁੱਛ ਸਕਦੇ ਹੋ। ਤਾਂ ਹੁਣ ਲੋਕ ਇਹਨਾਂ ਨੂੰ ਵੀ ਸਵਾਲ ਪੁੱਛਣਗੇ। ਜਿਮਨੀ ਚੋਣਾਂ ਜਿਹੜੇ ਕਿ ਹੁਣ ਗਲੇ ਦੀ ਹੱਡੀ ਬਣਦੀ ਜਾ ਰਹੀਆਂ ਨੇ, ਕਿਉਂਕਿ ਪਹਿਲਾਂ ਜਿੱਥੇ ਜੇ ਆਪਾਂ 15 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਕਲੀਅਰ ਹੋ ਗਿਆ ਸੀ ਵੀ ਆਮ ਆਦਮੀ ਪਾਰਟੀ ਜਿੱਤੇਗੀ, ਲੇਕਿਨ ਹੁਣ ਮੁਕਾਬਲਾ ਜ਼ਬਰਦਸਤ ਬਣਦਾ ਜਾ ਰਿਹਾ। ਜਿੱਥੇ ਭਗਵੰਤ ਮਾਨ ਨੂੰ ਕੁੱਦਣਾ ਪਿਆ ਚੋਣ ਮੁਹਿੰਮ ਦੇ ਲਈ, ਉੱਥੇ ਅਰਵਿੰਦ ਕੇਜਰੀਵਾਲ ਨੂੰ ਵੀ ਗੇੜੀ ਮਾਰਨੀ ਪਈ ਹੈ ਜਿਮਨੀ ਚੋਣ ਦੇ ਲਈ। ਸੋ ਸੇਖੋ ਸਾਹਿਬ ਤੁਸੀਂ ਗੱਲਬਾਤ ਕਰ ਲਈ ਜੀ। ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਹੈਗੇ ਉਹਨਾਂ ਨੂੰ ਸੰਭਲ ਕੇ ਤੁਰਨਾ ਪਊਗਾ। ਹੁਣ ਇਹਨਾਂ ਨੂੰ ਖੁੱਲੀ ਜੀਬ ਦੇ ਵਿੱਚ ਜਿੱਦਾਂ ਪਹਿਲਾਂ ਲੋਕੀ ਚੁੱਕਦੇ ਸੀਗੇ ਜੀ, ਕਿਉਂਕਿ ਇਹਨਾਂ ਦੀ ਜਿਹੜੀ ਰਾਜਨੀਤੀ ਹੈ ਨਾ ਅਰਵਿੰਦ ਕੇਜਰੀਵਾਲ ਵਾਲਿਆਂ ਦੀ ਬੜੀ ਪੁੱਠੀ ਆ ਜੀ। ਇਹ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਲੋਕਾਂ ਨੂੰ ਜੁੱਤੀਆਂ ਮਾਰਨ ਵਾਲਿਆਂ ਨੂੰ ਟਿਕਟਾਂ ਦਿੰਦੇ ਰਹੇ ਜੀ ਜੀ। ਇਹ ਦੂਜਿਆਂ ਦੇ ਉੱਤੇ ਚੱਕੜ ਬਹੁਤ ਛੁੱਟਦੇ ਆ ਜੀ। ਭਗਵੰਤ ਮਾਨ ਨੂੰ ਇਸ ਕਰਕੇ ਕੁੱਦਣਾ ਪਿਆ ਕਿ ਜਿਹੜਾ ਕੈਂਡੀਡੇਟ ਵਾ ਉਹ ਭਗਵੰਤ ਮਾਨ ਦਾ ਸਬਸਟੀਚਿਊਟ ਉਸ ਕਿਸਮ ਦਾ ਨਹੀਂ ਹੈਗਾ। ਦੂਸਰੀ ਗੱਲ ਹੈਗਾ ਕਿ ਨਵਾਂ ਅਸੈਂਬਲੀ ਕਾਂਸਟੀਚੁਐਂਸੀ ਦੇ ਵਿੱਚ ਇਹਨਾਂ ਦੀ ਇਹ ਆ
ਮੈਨੂੰ ਤਾਂ ਲੱਗਦਾ ਵੀ ਚਲੋ ਜਿੱਤ ਤਾਂ ਜਾਣਗੇ। ਜੀ ਇਸ ਵੇਲੇ ਇਹਨੂੰ ਲੱਗਦਾ ਸੀ ਮਾਰਜਨ ਕਿੰਨਾ ਰੱਖਦੇ ਆ, ਕਿ 22 ਦਾ ਮਾਰਜਨ ਕਾਇਮ ਰਹਿੰਦਾ ਕਿ ਨਹੀਂ ਰਹਿੰਦਾ। ਜੀ ਜੇ ਜੀ 22 ਦੇ ਮਾਰਜਨ ਤੋਂ ਥੱਲੇ ਆਉਂਦਾ ਤੇ ਉਹ ਵੀ ਇਹਨਾਂ ਲਈ ਚੈਲੰਜ ਹੋਊਗਾ। ਜੀ ਬਿਲਕੁਲ ਸਰ ਬਿਲਕੁਲ। ਦੂਸਰਾ ਵੱਡਾ ਸਵਾਲ ਇਹ ਹੈਗਾ ਕਿ ਕਿਉਂਕਿ 3 ਮਹੀਨਿਆਂ ਬਾਅਦ ਇਹ ਪਾਰਟੀ ਜਿਹੜੀ ਬਾਈ ਇਲੈਕਸ਼ਨ ਫੇਸ ਕਰਨੀ ਪਈ ਆ, ਇਸੇ ਕਰਕੇ ਇਸ ਪਾਰਟੀ ਨੂੰ ਜਿਹੜਾ ਆਪਣਾ ਸਾਰੀ ਤਾਕਤ ਜਿਹੜੀ ਹੈਗੀ ਆ, ਸਾਰੇ ਰਿਸੋਰਸ ਜਿਹੜੇ ਹੈਗੇ ਆ, ਉਹ ਵਿੱਚ ਸੁੱਟਣੇ ਪਏ। ਚੰਗੇ ਹੁੰਦੇ ਜੇ ਕੇਜਰੀਵਾਲ ਨੂੰ ਨਾਲ ਲੈ ਕੇ ਆਉਂਦੇ ਇੱਥੇ। ਮੈਨੂੰ ਪਤਾ ਲੱਗਾ ਵੀ ਕੇਜਰੀਵਾਲ ਹੁਣ ਕੋਈ ਉਹ ਲੋਕਾਂ ਦੀ ਅੱਖਾਂ ਦਾ ਤਾਰਾ ਨਹੀਂ ਹੈਗਾ ਜਿਹੜਾ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਹੁੰਦਾ ਸੀਗਾ। ਇਸ ਕਰਕੇ ਕਿ ਜਿਸ ਕਿਸਮ ਦੇ ਬੰਦੇ ਉਹਨੇ ਰਾਜ ਸਭਾ 'ਚ ਭੇਜੇ ਆ, ਪਹਿਲੇ 5 ਤੇ ਇਹ 2, ਉਹ ਲੋਕਾਂ ਨੂੰ ਅਜੇ ਹਜਮ ਨਹੀਂ ਹੋ ਰਿਹਾ। ਪੰਜਾਬ ਨੂੰ ਪੋਲੀਟੀਕਲੀ ਐਕਟਿਵ ਲੋਕ ਚਾਹੀਦੇ ਆ, ਜਿਹੜੇ ਲੋਕਾਂ ਦੇ ਨਾਲ ਟੱਚ ਰਹਿਣ ਤੇ ਸਾਡੇ ਮੁੱਦਿਆਂ ਦੇ ਉੱਤੇ ਕੇਂਦਰੀ ਸਰਕਾਰ ਨੂੰ ਜਾਂ ਉਹਨਾਂ ਦੀਆਂ ਹੋਰ ਏਜੰਸੀਆਂ ਨੂੰ ਜਿਹੜਾ ਹੈਗਾ ਵਾ ਉਹ ਪੜ੍ਹਨੇ ਪਾਈ ਰੱਖਣ, ਸਵਾਲ ਕਰਨ ਉਹਨਾਂ ਨੂੰ ਜੀ। ਹਿਸਟੋਰੀਕਲ ਕੰਟੈਕਸਟ ਦੇ ਵਿੱਚ ਪੰਜਾਬ ਦਾ ਜਿਹੜਾ ਸੀ ਉਹਨੂੰ ਲੈ ਕੇ ਨਾਲ ਲੋਕਾਂ ਨੂੰ ਦੱਸਣ। ਸਿਰਫ ਉੱਥੇ ਜਿੱਦਾਂ ਪ੍ਰਸ਼ਾਦ ਚੜਾ ਕੇ ਵਾਪਸ ਆਉਣ ਵਾਲੀ ਗੱਲ ਨਹੀਂ ਹੈਗੀ। ਉਹ ਜਿਹੜਾ ਇਹ ਹੁਣ ਕਦੋਂ ਬੈਕਫਾਇਰ ਕਰਦਾ ਵਾ, ਇੱਕ ਦਿਨ ਤਾਂ ਕਰਨਾ ਹੀ ਕਰਨਾ ਵਾ। ਐਚ ਨਹੀਂ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਆ, ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਕੇਜਰੀਵਾਲ ਸਾਹਿਬ ਦਾ ਜਿਹੜੀ ਸਿਲੈਕਸ਼ਨ ਹੈਗੀ ਆ, ਤੇ ਉਹਦੇ ਲਈ ਜਿਹੜਾ ਉਹਨਾਂ ਨੂੰ ਇਹਦੇ ਲਈ ਜ਼ਿੰਮੇਵਾਰ ਤਾਂ ਲੋਕੀ ਠਹਿਰਾਉਂਦੇ ਹੀ ਆ। ਬਿਲਕੁਲ ਸਰ ਬਿਲਕੁਲ। ਤਾਂ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਇੱਕ ਅੱਜ ਰੋਡ ਸ਼ੋਅ ਵੀ ਉਹਨਾਂ ਦਾ ਸੰਗਰੂਰ ਤੋਂ ਬਰਨਾਲੇ ਤੱਕ, ਜਿਵੇਂ ਪਹਿਲਾਂ ਵੀ ਦੱਸਿਆ ਸੀ। ਸੋ ਇਸ ਦਾ ਇੰਪੈਕਟ ਕੀ ਪਏਗਾ, ਇਹ ਆਉਣ ਵਾਲੇ ਦਿਨਾਂ 'ਚ ਹੁਣ ਪਤਾ ਲੱਗੇਗਾ ਕਿ ਸੱਚਮੁੱਚ ਅਰਵਿੰਦ ਕੇਜਰੀਵਾਲ ਦਾ ਜਾਦੂ ਲੋਕਾਂ ਦੇ ਚੱਲੇਗਾ ਜਾਂ ਫਿਰ ਉਹਨੇ ਜਾਦੂ, ਜਿਵੇਂ ਕਿ ਤੁਸੀਂ ਕਿਹਾ, ਸ਼ਾਇਦ ਖਤਮ ਹੋ ਚੱਲਿਆਗਾ। ਸੋ ਸੇਖੋ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਨਾਲ ਜਿੱਥੇ ਸਟੀਕ ਉੱਥੇ ਹੀ ਵਿਸਥਾਰ ਦੇ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ। ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।